सत श्री अकाल जी। प्राइम एशिया टैलीविजन वेख रहे हो तुसी। मैं हाँ हरमन थिंद, मेरे नाल ने स्वरण सिंह टैणा ते प्राइम इलैक्शन लैके असी हाजिर हाँ। सत श्री अकाल टैणा। सत श्री अकाल जी। अज खास गलबात दे लई असी इत्थे बैठे हाँ, सो उहदे उत्ते चानना जरूर। देखो जी, पंजाब विधान सभा दा इस वेले बुखार चढ़िया होया जी। सिखर दे उत्ते हर रोज कोई ना कोई सरगर्मी हुंदी है। किने किनू की कहता ते किने किनू क्यों कुछ कहता, इहदे वल सब दा ख्याल इस करके केंद्रित क्योंकि असी सारे पंजाब दा जिक्र ते फिक्र अक्सर करदे हाँ, बिल्कुल करदे सां ते करदे रहांगे। अज जिन्हां दे नाल असी गल करनी आ ਉਹ पंजाब दे विच सरगर्मी दे नाल विचरे आ। केजरीवाल साहब दे बाबत आपां बहुत कुछ जाणदे आ। मेरा ख्याल आ भी कुछ कहण दी लोड़ नहीं, चंद नूं चंद कहण दी लोड़ कदे पैंदी नहीं। अज केजरीवाल साहब नाल गल करांगे। दिल्ली दे मुख मंत्री ने ते नाल ने भगवंत मान होरी ਜਿਹੜੇ ਕਿ ਹੁਣੇ ਆਮ ਆਦਮੀ ਪਾਰਟੀ ਦੇ ਵੱਲੋਂ ਮੁੱਖ ਮੰਤਰੀ ਚਿਹਰਾ ਐਲਾਨੇ ਗਏ ਆ। ਦੇਰ ਆਇਦ ਦਰੁਸਤ ਆਇਦ, ਬਿਲਕੁਲ ਸਹੀ ਲੋਕ ਇਹ ਗੱਲ ਕਹਿੰਦੇ ਆ, ਮੈਂ ਕੱਲਾ ਨਹੀਂ ਕਹਿੰਦਾ। ਜੀ ਪਹਿਲਾਂ ਸਵਾਗਤ ਕਰਦੇ ਆ ਤੇ ਫਿਰ ਕਰਾਂਗੇ ਗੱਲਬਾਤ। बहुत बहुत शुक्रिया जी, बहुत बहुत धन्यवाद। बहुत ਕੇਜਰੀਵਾਲ ਸਾਹਿਬ ਚੜ੍ਹਦੀ ਕਲਾ ਦੇ ਵਿੱਚੋਂ बहुत शुक्रिया। ਮਾਨ ਸਾਹਿਬ ਠੀਕ ਠਾਕ? बिल्कुल बहुत वधिया। ਪੂਰੇ ਪੰਜਾਬ ਦੇ ਵਿੱਚ ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਸਾਡੀ ਟੀਮ ਆ ਜਿਹੜੀ ਉਹਨੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਵੱਖ-ਵੱਖ ਖੇਤਰਾਂ ਦੇ ਤੇ ਵੱਖ-ਵੱਖ ਕਿੱਤਿਆਂ ਦੇ ਲੋਕਾਂ ਦੇ ਨਾਲ ਰਾਬਤਾ ਕਰਕੇ ਉਹਨਾਂ ਨੇ ਕੁਝ ਕੁ ਸਵਾਲ ਇਕੱਤਰ ਕੀਤੇ ਆ। ਉਹ ਕੀ ਚਾਹੁੰਦੇ ਆ, ਬੇਰੁਜ਼ਗਾਰ ਕੀ ਚਾਹੁੰਦੇ ਆ, ਪੰਜਾਬ ਦੇ ਵਿੱਚ ਟੈਕਸੀ ਚਾਲਕ ਕੀ ਚਾਹੁੰਦੇ ਆ, ਕਿਸਾਨ ਕੀ ਚਾਹੁੰਦੇ ਆ, ਮਜ਼ਦੂਰ ਕੀ ਚਾਹੁੰਦੇ ਆ। ਪਹਿਲਾਂ ਉਹਨਾਂ ਸਵਾਲਾਂ ਦੇ ਵਿੱਚੋਂ ਕੁਝ ਇੱਕ ਦੇ ਅੰਸ਼ ਆਪਾਂ ਸਾਂਝੇ ਕਰ ਲੈਂਦੇ ਆ ਤੇ ਫਿਰ ਸਵਾਲਾਂ ਦੀ ਵਾਛੜ ਕਰਦੇ ਆ। ਕੇਜਰੀਵਾਲ ਸਾਹਿਬ ਨੂੰ ਇਹੀ ਸਵਾਲ ਹੈ ਵੀ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਤੇ ਦਿੱਲੀ ਦੇ ਵਿੱਚ ਖੇਤੀ ਸਾਡੇ ਹਿਸਾਬ ਨਾਲ ਤਾਂ ਜਿੰਨੀਆਂ ਸਾਡੇ ਖਾਣਾ ਪਈਆਂ ਦਾ ਰਕਬਾ ਉਹਦੇ ਤੋਂ ਵੀ ਘੱਟ ਹੁੰਦੀ ਹੈ। ਅਸੀਂ ਪੁੱਛਣਾ ਚਾਹੁੰਦੇ ਵੀ ਦੇਖੋ ਸਾਡੀ ਖੇਤੀ ਲਈ ਉਹਨਾਂ ਕੋਲੇ ਕੀ ਮਾਡਲ ਹੈ। ਨੌਕਰੀਆਂ ਨਹੀਂ ਮਿਲ ਰਹੀਆਂ। ਪੰਜਾਬ ਸਰਕਾਰ ਵੱਲੋਂ ਕੋਈ ਨੌਕਰੀ ਨਹੀਂ ਦੇ ਰਹੀ ਹੈ ਜੀ। ਨੌਜਵਾਨ ਧੱਕੇ ਸੜਕਾਂ ਦੇ ਧੱਕੇ ਖਾ ਰਹੇ ਜੀ। ਨਹੀਂ ਤਾਂ ਫਿਰ ਜਦੋਂ ਕਹਿੰਦੇ ਬਾਹਰ ਜਾ ਵੜਦੇ ਜੀ, ਬਾਹਰ ਕਿਉਂ ਜਾਂਦੇ, ਫਿਰ ਕੀ ਕਰਨ, ਇੱਥੇ ਨੌਕਰੀ ਨਹੀਂ ਮਿਲਦੀ ਜੀ, ਛੱਡ ਕੇ ਫਿਰ ਜਾਣਾ ਜੀ। ਘਰ ਪਰਿਵਾਰ ਤਾਂ ਚਲਾਉਣਾ ਹੀ ਚਲਾਉਣਾ ਜੀ। ਔਰਤਾਂ ਦੀ ਸੁਰੱਖਿਆ ਦਾ ਪੂਰਨ ਪ੍ਰਬੰਧ ਹੋਣਾ ਚਾਹੀਦਾ, ਉਹਨਾਂ ਨੂੰ ਆਤਮ ਨਿਰਭਰ ਬਣਾਉਣਾ ਚਾਹੀਦਾ ਹੈ। ਸੋ ਅਸੀਂ ਚਾਹੁੰਦੇ ਹਾਂ ਕਿ ਵੀ ਜਿਹੜੇ ਛੋਟੇ ਦੁਕਾਨਦਾਰ ਆਗੇ ਇਹ ਉਹਨਾਂ ਦੀਆਂ ਜਿਹੜੀਆਂ ਮੇਨ ਮੁਸ਼ਕਲਾਂ ਆਗੀਆਂ, ਜਿਵੇਂ GST ਨੂੰ ਲੈ ਕੇ ਆ ਗਈਆਂ ਹੈ ਨਾ, ਜਾਂ ਉਹਦਾ ਰਿਬੇਟ ਵਗੈਰਾ ਨਹੀਂ ਆਉਂਦਾ ਗਾ, ਟੈਕਸ ਵਗੈਰਾ ਬਹੁਤ ਪੈਂਦੇ ਨੇਗੇ, ਠੀਕ ਆ, ਵੀ ਉਹਨਾਂ ਬਾਰੇ ਉਹਨਾਂ ਕੋਲ ਕੀ ਵਿਜ਼ਨ ਹੈਗਾ। ਅਸੀਂ ਇਸ ਚੀਜ਼ ਬਾਰੇ ਸਭ ਤੋਂ ਪਹਿਲਾਂ ਤੋਂ ਸਵਾਲ ਪੁੱਛਣਾ ਚਾਹਾਂਗੇ ਕਿ ਛੋਟੇ ਵਪਾਰੀਆਂ ਬਾਰੇ ਉਹਨਾਂ ਕੋਲ ਕੀ ਵਿਜ਼ਨ ਹੈਗਾ। ਮੇਰਾ ਜਿਹੜਾ ਸਵਾਲ ਆ ਉਹ ਭਗਵੰਤ ਮਾਨ ਜੀ, ਕੇਜਰੀਵਾਲ ਜੀ ਨੂੰ ਹੈ ਕਿ ਜਿਹੜੀਆਂ ਸਾਡੀਆਂ ETT ਦੀਆਂ ਕਾਫੀ ਲੰਬੇ ਟਾਈਮ ਤੋਂ ਭਰਤੀਆਂ ਨਿਕਲ ਰਹੀਆਂ ਨੇ ਪਰ ਪੂਰੀਆਂ ਨਹੀਂ ਹੋ ਰਹੀਆਂ, ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਣਦੀ ਹੈ ਤਾਂ ਉਹ ਸਾਡੀਆਂ ਜਿਹੜੀਆਂ ਭਰਤੀਆਂ ਨੇ ਉਹ ਕਿੰਨੇ ਟਾਈਮ ਦੇ ਵਿੱਚ ਜਿਹੜੀਆਂ ਪੂਰੀਆਂ ਕਰਨਗੇ। ਕਿ ਖਿਡਾਰੀਆਂ ਨੂੰ ਉਹ ਚੰਗੇ ਮੈਦਾਨ, ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦੇ ਪਾਊਗਾ। ਜਿਹੜਾ ਪੰਜਾਬ ਕਰਜ਼ਿਆਂ 'ਚ ਡੁੱਬਿਆ ਪਿਆ ਹੈ, ਇਹਨਾਂ ਕਰਜ਼ਿਆਂ ਨੂੰ ਮਾਫ ਕਰਵਾਉਣਗੇ, ਇਹਨਾਂ ਕਰਜ਼ਿਆਂ ਦਾ ਕੋਈ ਹੱਲ ਕੱਢਣਗੇ। ਜੇ ਮੇਰੀ ਗ੍ਰੈਜੂਏਸ਼ਨ ਕੰਪਲੀਟ ਹੈ ਤੇ ਮੈਂ ਬਸ ਐ ਸਮਝ ਲਓ ਮੰਦੀ ਹਾਲਤ ਵਿੱਚ ਰੇੜੀ ਲਾ ਰਿਹਾ। ਇਹ ਸਾਡੇ ਵਾਸਤੇ ਕੀ ਕਰਨੀ ਵੀ ਸਾਡੇ ਵਾਸਤੇ ਕੋਈ ਰੋਜ਼ਗਾਰ ਭੱਤੇ ਲੈ ਕੇ ਆਣਗੇ। ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਵੀ ਰੋਡਾਂ ਤੇ ਆਉਣ ਤੇ ਮਜਬੂਰ ਹੈ ਤੇ ਮਜ਼ਦੂਰਾਂ ਨੂੰ ਵੀ ਰੋਡਾਂ ਤੇ ਬਿਠਾਇਆ ਹੋਇਆ ਹੈ ਇਸ ਪ੍ਰਸ਼ਾਸਨ ਨੇ। ਜੇ ਪਿਛਲੀ ਸਰਕਾਰਾਂ ਹੈ ਤਾਂ ਅਗਲੀ ਸਰਕਾਰਾਂ ਨੂੰ ਆਪਾਂ ਇਹੀ ਬੇਨਤੀ ਕਰਾਂ, ਜਿਹੜੇ ਵੀ ਅੱਗੇ ਸਰਕਾਰ ਆਏ ਕਿਸਾਨਾਂ ਨੂੰ ਰੋਡਾਂ ਤੇ ਨਾ ਰੋਲਣ ਦੇਣ। ਜਿਹੜੇ ਮਜ਼ਦੂਰ ਹੈ, ਕਿਸਾਨਾਂ ਦੇ ਬੱਚੇ ਹੈ, ਫੈਕਟਰੀਆਂ ਦੇ ਕੰਮ ਕਰਦੇ ਹੈ, ਉਹਨਾਂ ਨੂੰ रोडों पे बैठने पे मजबूर ना किया जाए। मेरा नाम प्रकाश है, मैं आज यहाँ 10 साल से काम कर रहा हूँ। यूपी से आकर ना कोई मुझे सुविधा मिल रही है, बस यहाँ पर रोजी रोटी चल रही है। बस सुविधा चाहिए कि हमारा कुछ ना कुछ यहाँ पर बनना चाहिए। हम मुझे कुछ होता है, एक्सीडेंट होता है या फिर कोई बीमारी होती है तो उसके लिए मुझे सुविधा मिलनी चाहिए। हम यही गुजारिश करेंगे इस जो सरकार आने वाली है कि हम लोग का भी थोड़ा सा ध्यान रखा जाए। यार मैं टैक्सी का काम करदा मैं जी। ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਇਹ ਕੁਝ ਕੁ ਲੋਕਾਂ ਦੇ ਸਵਾਲ ਨੇ। ਮਾਨ ਸਾਹਿਬ ਤਾਂ ਮੇਰੇ ਨਾਲੋਂ ਵੱਧ ਗੂੜੀ ਪੰਜਾਬੀ ਜਾਣਦੇ ਆ। ਜਿਵੇਂ ਕਹਿੰਦੇ ਸਿਆਣੇ ਕਿ ਕੁੱਕਰ ਦੇ ਵਿੱਚ ਜਾਂ ਤੌੜੀ ਦੇ ਵਿੱਚ ਕੱਚੇ ਆ ਕਿ ਪੱਕੇ ਆ। ਇਹਨਾਂ ਪੰਜਾਬੀਆਂ ਦੇ, ਸਾਡੇ ਵਰਗੇ ਪੰਜਾਬੀਆਂ ਦੇ ਸਵਾਲਾਂ ਦੇ ਰਾਹੀਂ ਪਤਾ ਲੱਗ ਜਾਂਦਾ ਕਿ ਪੰਜਾਬ ਦੇ ਲੋਕ ਚਾਹੁੰਦੇ ਕੀ ਆ, ਅੱਜ ਕੀ ਚਾਹੁੰਦੇ ਆ। ਮਾਨ ਸਾਹਿਬ ਪਹਿਲਾ ਸਵਾਲ ਤੁਹਾਨੂੰ ਇਹ ਆ ਕਿ ਲੱਗਦਾ ਸੀ ਕਿ ਮੁੱਖ ਮੰਤਰੀ ਚਿਹਰੇ ਦੇ ਉੱਤੇ ਗੁਣਾ ਤੁਹਾਡਾ ਹੀ ਪਊਗਾ ਤੇ ਜਦੋਂ 21.5 ਲੱਖ ਦੇ ਕਰੀਬ ਲੋਕਾਂ ਨੇ ਵੋਟਾਂ ਪਾਤੀਆਂ, ਆਸ ਸੀ, ਧੜਕੂ ਜਾ ਸੀ ਮਨ ਦੇ ਵਿੱਚ, ਜਿਵੇਂ ਹੁੰਦਾ ਨਾ ਕਿ ਕੋਈ ਰਿਐਲਿਟੀ ਸ਼ੋਅ ਦੇ ਵਿੱਚ ਇਦਾਂ ਹੁੰਦਾ, ਥੋੜਾ ਜਿਹਾ ਕੋਈ ਸੀ ਮਨ ਦੇ ਵਿੱਚ ਇਦਾਂ? ਨਹੀਂ, ਇੱਦਾਂ ਦਾ ਬਿਲਕੁਲ ਨਹੀਂ ਸੀ। ਪਾਰਟੀ ਲਈ ਪਿਛਲੇ 7 ਸਾਲ ਤੋਂ ਇੱਕ ਵਲੰਟੀਅਰ ਬਣ ਕੇ, ਵਰਕਰ ਬਣ ਕੇ, ਵਫਾਦਾਰ ਸਿਪਾਹੀ ਬਣ ਕੇ ਕੰਮ ਕੀਤਾ। ਕਦੇ ਅਹੁਦੇ ਦੀ ਇੱਛਾ ਨਹੀਂ ਰੱਖੀ। ਲੋਕ ਸਭਾ ਦੇ ਵਿੱਚ ਪਹਿਲਾਂ ਜਦੋਂ 4 ਹੁੰਦੇ ਸੀ ਉਦੋਂ ਵੀ ਸਭ ਤੋਂ ਵੱਧ ਬੋਲਣ ਵਾਲਿਆਂ 'ਚ ਮੇਰਾ ਨਾਮ ਸੀ। ਹੁਣ ਜਦੋਂ ਮੈਂ ਇਕਲੌਤਾ ਹੀ ਹਾਂ ਤਾਂ ਵੀ ਪਾਰਟੀ ਦੀ ਹਾਜ਼ਰੀ ਜਿਹੜੀ ਆਮ ਆਦਮੀ ਪਾਰਟੀ ਦੀ ਉੱਥੇ ਬਕਾਇਦਾ ਲੱਗਦੀ ਹੈ, ਤੁਸੀਂ ਸੁਣਦੇ ਦੇਖਦੇ ਹੋ। ਅਤੇ ਬਾਕੀ ਰਹੀ ਗੱਲ ਜਿਹੜਾ ਤੁਸੀਂ ਕਹਿੰਦੇ ਹੋ ਕਿ ਉਹ ਕੋਈ ਦਿਲ ਧੜਕਦਾ ਸੀ ਉਸ ਵੇਲੇ ਕਿ 21 ਲੱਖ, ਅਸਲ 'ਚ ਮੁੱਖ ਮੰਤਰੀ ਸਾਹਿਬ ਬੈਠੇ ਨੇ
PEC 'ਚ ਫੈਸਲਾ ਕਰਕੇ ਇਹਨਾਂ ਨੇ ਮੈਨੂੰ ਕਿਹਾ ਕਿ ਭਗਵੰਤ ਅੱਜ ਤੇਰਾ ਨਾਮ ਡਿਕਲੇਅਰ ਕਰ ਦਿੰਦੇ ਹਾਂ। ਮੈਂ ਕਿਹਾ ਸਰ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਇਸ ਕਾਬਿਲ ਸਮਝ ਰਹੇ ਹੋ, ਪਰ ਕਿਉਂ ਨਾ ਆਪਾਂ ਇੱਕ ਨਵਾਂ ਤਜਰਬਾ ਕਰ ਲਈਏ ਕਿ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਇਨਵੋਲਵ ਕਰ ਲਈਏ, ਉਹਨਾਂ ਦੀ ਸ਼ਮੂਲੀਅਤ ਕਰ ਲਈਏ। ਨਹੀਂ ਪੁੱਛਿਆ ਜਦੋਂ ਪਹਿਲਾਂ ਕਿਸੇ ਨੇ, ਬਸ ਸਿੱਧਾ ਥੱਪਦੇ ਨੇ, ਆਹ ਹੋਊਗਾ ਜੀ, ਇਹ ਕੋਟੇ 'ਚ ਹੋਊਗਾ, ਇਹ ਕੋਟੇ 'ਚ ਹੋਊਗਾ। ਸੋ 4 ਦਿਨ ਦਿੱਤੇ, ਸਿਰਫ 4 ਦਿਨ। 13 ਤਰੀਕ ਨੂੰ ਅਨਾਉਂਸਮੈਂਟ ਕੀਤੀ ਸੀ ਮੁੱਖ ਮੰਤਰੀ ਸਾਹਿਬ ਨੇ, ਅਤੇ 4 ਦਿਨਾਂ 'ਚ 21.5 ਲੱਖ ਤੋਂ ਵੱਧ ਵੋਟਾਂ ਪਈਆਂ, 93% ਮੇਰੇ ਹੱਕ 'ਚ ਪਈਆਂ। ਹੁਣ ਇਹਦੇ ਨਾਲ ਕੀ ਹੋਇਆ, ਮੇਰਾ ਪਾਰਟੀ ਵੱਲੋਂ ਤਾਂ ਹੌਸਲਾ ਵਧਿਆ ਹੀ ਵਧਿਆ। ਅਰਵਿੰਦ ਕੇਜਰੀਵਾਲ ਜੀ ਦਾ ਤਾਂ ਮੈਂ ਕਦੇ ਗੁਣ ਨਹੀਂ ਭੁੱਲ ਸਕਦਾ। ਇੱਕ ਛੋਟੇ ਜਿਹੇ ਪਿੰਡ 'ਚੋਂ ਜੰਮੇ ਹੋਏ ਇੱਕ ਆਮ ਘਰ ਦੇ ਮੁੰਡੇ ਨੂੰ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਤਾ ਕਿ ਤੁਸੀਂ ਸਾਡੇ ਮੁੱਖ ਮੰਤਰੀ ਹੋਵੋਗੇ, ਤਾਂ ਇਹਨਾਂ ਦੀ ਪਾਰਟੀ ਕਰ ਸਕਦੀ ਹੈ, ਆਮ ਆਦਮੀ ਪਾਰਟੀ ਦੀ ਕਰ ਸਕਦੀ ਹੈ ਕੰਮ, ਹੋਰ ਪਾਰਟੀਆਂ 'ਚ ਨਹੀਂ ਹੁੰਦਾ। ਹੁਣ ਮੇਰੇ 'ਤੇ ਡਬਲ ਵਿਸ਼ਵਾਸ, ਡਬਲ ਜ਼ਿੰਮੇਵਾਰੀ ਅਤੇ ਡਬਲ ਹੌਸਲਾ ਉਹ ਇਸ ਗੱਲ ਦਾ ਹੋ ਗਿਆ ਕਿ ਲੋਕਾਂ ਨੇ ਵੀ ਇਹਨਾਂ ਦੀ ਜਿਹੜੀ ਇੱਛਾ ਸੀ ਉਹ 'ਤੇ ਮੋਹਰ ਲਾਈ ਹੈ। ਤਾਂ ਫਿਰ ਮਿਲ ਕੇ ਕੰਮ ਕਰਾਂਗੇ, ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਕੰਮ ਕਰਾਂਗੇ। मैं भी इसमें कुछ, भगवंत मेरे बहुत करीबी है जी, मेरा बहुत प्यारा है और ये सारे जानते हैं। तो अगर मैं ऐलान कर देता कि भगवंत मान हमारे CM फेस होंगे तो 100 प्रश्न उठते। केजरीवाल ने अपने खास आदमी को कर दिया, केजरीवाल ने ये कर दिया। अब 21.5 लाख लोगों ने अपना मता पाया, उसमें से 93% लोगों ने, 21.5 लाख में से 93% लोगों ने कहा भगवंत मान चाहिए। वो 93% लोगों में तो सारे ही आ गए, उसमें तो कांग्रेसी भी आ गए, उसमें तो अकाली दल वाले भी आ गए जी। तो इसका मतलब सारे कांग्रेसियों ने, सारे अकाली दल वालों ने और सारे आम आदमी पार्टी वालों का CM चेहरा भगवंत मान है। वो अकेले आम आदमी पार्टी का CM चेहरा नहीं है, सबका CM चेहरा है। जी सर, आपसे अगला सवाल कि 21 लाख से ज्यादा लोगों की वोट डली भगवंत मान जी को, और इससे आम आदमी पार्टी के प्रति जो लोगों का प्यार है वो भी नजर आया। सो मानते हैं कि जिम्मेवारी और ज्यादा हो गई? बिल्कुल। आज मैं हमेशा मानता हूँ चुनाव उम्मीद का नाम होता है जी। लोग ये देखते हैं कि हमारे लिए काम कौन करेगा। पंजाब के अंदर लोगों ने सारी पार्टियों को परख लिया। अब पंजाब में एक ही चीज़ चल रही है यार, एक मौका तो इन लोगों को देना बनता है। हमने कांग्रेस को भी देख लिया, हमने बीजेपी को भी देख लिया, हमने अकाली दल को भी देख लिया और इतने सालों तक देख लिया। 19 साल बादल परिवार को दिए जी, 25 साल 26 साल कांग्रेस को दिए। इन्होंने बेड़ा गर्क कर दिया, इन्होंने लूटने में कोई कसर नहीं छोड़ी। लूट चल रही है, अभी जो रेड चल रही है उसमें पता चल रहा है, नकदी गिन रही है ईडी, कैमरे के ऊपर, टीवी चैनलों के ऊपर आप देख रहे हो। दिल दर्द करता है, ये पैसा है किसका? ये पैसा तो पंजाब के लोगों का है। तो अब लोग ये लूट बंद करना चाहते हैं, इसीलिए कट्टर ईमानदार। एक तरफ ये लूट है, 7 साल से ये MP है, सांसद है। मैं आपसे पूछना चाहता हूँ, कभी आपने ये सुना कि भगवंत मान ने ये पैसा, रेता चोरी कर लिया, पैसा चोरी कर लिया, ठेकेदार से हफ्ता बांध लिया, आज भी किराए के घर पे रहता है और मामूली सी जैकेट पहनी हुई है। अपने चन्नी साहब की जैकेट से कंपेयर कर लो। वो कहते हैं मैं आम आदमी हूँ, वो आम आदमी नहीं है, वो बेईमान आदमी है। तो कल ਦੇ ਜਿਹੜੀਆਂ ਰੇਡਾਂ ਚੱਲ ਰਹੀਆਂ ਨੇ, ਪੈਸੇ ਗਿਣੇ ਜਾ ਰਹੇ ਨੇ। 56 ਕਰੋੜ ਦੀ ਕਾਗਜ਼, 10 ਕਰੋੜ ਪਿਆ ਸੀ ਘਰੇ 10 ਕਰੋੜ ਅੱਜ ਦੀ ਡੇਟ 'ਚ। ਤੇ ਮਤਲਬ ਇਹ ਕਹਿਣਾ ਕੁਝ ਹੋਰ, ਕਰਨਾ ਕੁਝ ਹੋਰ। ਇਹ ਪੰਜਾਬੀ ਜਿਹੜੇ ਨੇ ਉਹ ਇਸ ਚੀਜ਼ ਨੂੰ ਪਸੰਦ ਨਹੀਂ ਕਰਦੇ। ਕੇਜਰੀਵਾਲ ਸਾਹਿਬ, ਮੈਂ ਥੋੜਾ ਜਿਹਾ ਪੰਜਾਬੀ ਦੇ ਵਿੱਚ ਹੀ ਚੱਲਾਂ ਜੀ। ਹਾਂ ਚਲੋ। ਸਵਾਲ ਮੇਰਾ ਇਹ ਆ ਕਿ ਕਦੇ ਖਬਰ ਆਈ ਕਿ ਰਾਜੇਵਾਲ ਸਾਹਿਬ ਨੇ ਜਿਹੜੇ ਉਹ ਤੁਸੀਂ CM ਕੈਂਡੀਡੇਟ ਬਣਾਉਣ ਜਾ ਰਹੇ ਆ, ਕਦੇ ਖਬਰ ਆਈ SP ਸਿੰਘ ਉਬਰਾਏ ਦੇ ਬਾਰੇ, ਕਦੇ ਖਬਰ ਆਈ ਸੰਤ ਬਲਵੀਰ ਸਿੰਘ ਸੀਚੇਵਾਲ ਦੇ ਬਾਰੇ। ਸੱਚਾਈ ਕੀ ਸੀ? ਕੀ ਰਾਜੇਵਾਲ ਸਾਹਿਬ ਦੇ ਨਾਲ ਕੋਈ ਗੱਲ ਹੋਈ ਸੀ? सीटा नहीं बनते, टिकटा नहीं बनते, या कुछ भी हो जा? देखो जी, हमारी कभी किसी से इस बारे में बात नहीं हुई। उम्मीद बहुत लोगों की थी, मैं किसी एक का नाम नहीं लूंगा, उम्मीद बहुतों की थी और बहुत सारे लोग मेरे पास आते थे। कोई किसी की सिफारिश लेके आता था और कोई खुद ही आता था कि इसको CM बना दो जी, मेरे को CM बना दो जी, ये कर दो जी। हम सबकी सुनते थे लेकिन कभी भी किसी का कमिटमेंट नहीं था। जब हमारे पास पंजाब का हीरा था
तो फिर दूसरे इधर उधर के लोगों को ढूंढने की क्या ज़रूरत थी। ਮਾਨ ਸਾਹਿਬ ਤੁਹਾਡੇ ਤੇ ਹੁਣ ਧੂਰੀ ਤੋਂ ਜ਼ਿੰਮੇਵਾਰੀ ਪੈ ਗਈ। ਧੂਰੀ ਤੋਂ ਖੁਦ ਵੀ ਚੋਣ ਲੜਨੀ ਤੇ ਪੂਰੇ ਪੰਜਾਬ ਦੇ ਵਿੱਚ ਭਲਵਾਨੀ ਗੇੜਾ ਵੀ ਦੇਣਾ, ਦੋਨੋਂ ਜ਼ਿੰਮੇਵਾਰੀਆਂ ਬਰਾਬਰ ਨਿਭਾਉਣ ਦਾ ਕੋਈ ਤਣਾਅ ਤਾਂ ਨਹੀਂ? ਬਿਲਕੁਲ, ਮੈਂ ਆਲਰੇਡੀ ਇਹ ਚੀਜ਼ ਕਰ ਚੁੱਕਿਆ ਕਿ ਮੈਂ 17 ਦੇ ਵਿੱਚ ਜਲਾਲਾਬਾਦ ਤੋਂ ਸਖਤ ਮੁਕਾਬਲਾ ਸੁਖਬੀਰ ਬਾਦਲ ਨਾਲ ਕੀਤਾ। ਉਹ ਤਾਂ ਕਾਂਗਰਸੀ ਤੇ ਅਕਾਲੀ ਇਕੱਠੇ ਹੋ ਗਏ, ਰਵਨੀਤ ਬਿੱਟੂ ਨੂੰ ਭੇਜਤਾ। ਨਾਲ ਨਾਲ ਮੇਰੀ ਜ਼ਿੰਮੇਵਾਰੀ ਇਹ ਵੀ ਸੀ ਕਿ ਤੁਸੀਂ ਸਾਰੇ ਪੰਜਾਬ 'ਚ ਰੈਲੀਆਂ ਕਰਨੀਆਂ, 300 ਤੋਂ ਉੱਪਰ ਰੈਲੀਆਂ ਵੀ ਕੀਤੀਆਂ ਤੇ 60,000 ਵੋਟ ਜਲਾਲਾਬਾਦ ਦੇ ਲੋਕਾਂ ਨੇ ਪਾਇਆ। ਅੱਜ ਤੱਕ ਸੁਖਬੀਰ ਬਾਦਲ ਨੂੰ ਸੁਪਨੇ ਆਉਂਦੇ ਨੇ ਇੰਨੀਆਂ ਵੋਟਾਂ ਕਿਵੇਂ ਪੈ ਗਈਆਂ। ਧੂਰੀ ਜਿਹੜਾ 2014 'ਚ ਵੀ 30,000 ਤੋਂ ਉੱਪਰ ਜਿੱਤਿਆ ਸੀ ਹਲਕੇ 'ਚ, 9 ਹਲਕੇ ਨੇ, 9 ਚੋਂ ਇੱਕ ਧੂਰੀ ਵੀ ਹੈ ਲੋਕ ਸਭਾ ਦਾ, ਤੇ 2019 'ਚ ਵੀ 30,000 ਤੋਂ ਉੱਪਰ ਜਿੱਤਿਆ। ਤੇ ਧੂਰੀ ਦੇ ਲੋਕ ਕ੍ਰਾਂਤੀਕਾਰੀ ਲੋਕ ਨੇ, ਸ਼ਾਇਰਾਂ ਦਾ ਔਰ ਸ਼ਹੀਦਾਂ ਦੀ ਧਰਤੀ ਹੈ। ਮੈਂ ਜਦੋਂ ਵੀ ਜਾਂਦਾ ਧੂਰੀ, ਜਿਹੜਾ ਉਹ ਕਹਿੰਦੇ ਨੇ ਬਾਈ ਤੁਸੀਂ ਆਓ, ਬਾਈ ਜੀ ਆਓ ਛੇਤੀ ਆਪਾਂ ਬਦਲੀਏ ਪੰਜਾਬ ਨੂੰ। ਸੋ ਮੇਰੀ ਡਿਊਟੀ ਧੂਰੀ ਤੋਂ ਲੱਗੀ ਹੈ ਤਾਂ ਮੈਨੂੰ ਉਮੀਦ ਹੈ ਧੂਰੀ ਵਾਲੇ ਆਪਣਾ ਰਿਕਾਰਡ ਆਪ ਤੋੜਨਾ ਜਾਣਦੇ ਨੇ, ਇਸ ਵਾਰ ਵੀ ਤੋੜਨਗੇ। ਜੀ ਸਰ, ਅਸੀਂ ਹਮੇਸ਼ਾ ਭਗਵੰਤ ਮਾਨ ਨੂੰ ਹੱਸਦਿਆਂ ਵੇਖਿਆ, ਹਮੇਸ਼ਾ ਖੁਸ਼ੀ ਦੇ ਰੌਂ ਵਿੱਚ ਵੇਖਿਆ, ਪਰ ਜਦੋਂ ਤੁਹਾਡਾ ਨਾਮ ਅਨਾਉਂਸ ਹੋਇਆ ਉਸ ਵੇਲੇ ਅੱਖਾਂ 'ਚੋਂ ਪਰਲ ਪਰਲ ਅਥਰੂ ਵੀ ਵਹੇ ਤੁਹਾਡੀਆਂ 'ਚੋਂ, ਤੇ ਉਹ ਵੀ ਸਾਰਿਆਂ ਨੇ ਵੇਖੀਆਂ। ਸੋ ਉਸ ਵੇਲੇ ਮਨ ਦੇ ਉੱਪਰ ਕੀ ਵਲਵਲੇ ਸੀ, ਕੀ ਚੱਲ ਰਿਹਾ ਸੀ ਜਦੋਂ ਐਡੀ ਵੱਡੀ ਜ਼ਿੰਮੇਵਾਰੀ ਤੁਹਾਨੂੰ ਸੌਂਪੀ ਗਈ? ਜਦੋਂ ਸੀਐਮ ਸਾਹਿਬ ਨੇ ਮੇਰਾ ਨਾਮ ਅਨਾਉਂਸ ਕੀਤਾ ਕਿ ਭਗਵੰਤ ਮਾਨ ਹੋਣਗੇ ਪੰਜਾਬ ਦੇ ਸੀਐਮ ਦੇ ਚਿਹਰੇ, ਤਾਂ ਮੈਨੂੰ ਇਹ ਗੱਲ ਦਾ ਅਹਿਸਾਸ ਹੋਇਆ ਕਿ ਮੈਂ ਕਿਹੜੇ ਲਫ਼ਜ਼ਾਂ ਨਾਲ ਧੰਨਵਾਦ ਕਰੂੰਗਾ, ਕਿੰਨੇ ਜਨਮ ਲੱਗਣਗੇ ਮੈਨੂੰ ਕਰਜ਼ਾ ਮੋੜਨ ਦੇ, ਕਿ ਅਰਵਿੰਦ ਕੇਜਰੀਵਾਲ ਜੀ ਨੇ ਖੰਭਿਆਂ ਤੇ ਚੜ੍ਹ ਕੇ ਲੋਕਾਂ ਦੇ ਪਲਾਸ ਨਾਲ ਤਾਰਾਂ ਜੋੜ ਜੋੜ ਕੇ ਅਨਸ਼ਨ ਰੱਖ ਕੇ, ਸ਼ੂਗਰ ਦੇ ਮਰੀਜ਼ ਨੇ 15-15 ਦਿਨ ਅਨਸ਼ਨ ਰੱਖ ਕੇ ਜਿਹੜਾ ਇੱਕ ਪਾਰਟੀ ਬਣਾਈ, ਐਂਟੀ ਕਰਪਸ਼ਨ ਮੂਵਮੈਂਟ 'ਚੋਂ ਨਿਕਲੀ। ਉਹ ਪਾਰਟੀ ਜਿਹੜੀ ਹੈ, ਉਹ ਪਾਰਟੀ ਮੈਨੂੰ ਐਡੇ ਵੱਡੇ ਲੈਵਲ 'ਤੇ ਮੈਨੂੰ ਕਾਬਿਲ ਸਮਝਦੀ ਹੈ। ਤਾਂ ਭਾਵੁਕ ਮੇਰਾ ਹੋ ਗਿਆ ਮੈਂ। ਔਰ ਫਿਰ ਵੈਸੇ ਵੀ ਮੇਰੇ ਵੱਡੇ ਭਾਈ ਨੇ ਤੇ ਮੇਰੇ ਪਿਤਾ ਸਮਾਨ ਮੈਂ ਸਮਝਦਾ ਹੁੰਦਾ ਇਹਨਾਂ ਨੂੰ, ਮੇਰੇ ਫਾਦਰ ਫਿਗਰ ਨੇ। ਇਹਨਾਂ ਨੇ ਕਦੇ ਵੀ ਮੈਨੂੰ ਮਤਲਬ ਇਸ ਤਰ੍ਹਾਂ ਨਹੀਂ ਕਿਹਾ ਕਿ ਭਗਵੰਤ ਨੂੰ ਖੁਦ ਆਹ ਨਹੀਂ ਕਰਨਾ, ਉਹ ਨਹੀਂ ਕਰਨਾ। ਸਲਾਹ ਕਰਕੇ ਕੰਮ ਕਰਦੇ ਹਾਂ। ਔਰ ਮੇਰੀ ਮੰਮੀ ਤੋਂ ਜਿੰਨਾ ਪਿਆਰ ਮਿਲਦਾ ਉਨਾ ਹੀ ਮੈਨੂੰ ਇਹਨਾਂ ਤੋਂ ਵੀ ਮਿਲਦਾ। ਤੇ ਕਦੇ ਕਦੇ ਡਾਂਟ ਵੀ ਲੈਂਦੇ ਨੇ, ਹੱਕ ਵੀ ਹੈ ਉਹਨਾਂ ਦਾ। ਉਹ ਕਹਿੰਦੇ ਆ ਨਾ ਕਿ ਇੱਕ ਪਹਿਲਾਂ ਹੁੰਦਾ ਸੀ ਮਾਂ ਦੀਆਂ ਗਾਲਾਂ ਘਿਓ ਦੀਆਂ ਨਾਲਾਂ, ਪਰ ਵੱਡੇ ਭਾਈ ਦੀਆਂ ਗਾਲਾਂ ਘਿਓ ਦੀਆਂ ਨਾਲਾਂ। ਸੋ ਮੈਂ ਇਹ ਮੇਰੀ ਬਿਹਤਰੀ ਵਾਸਤੇ, ਮੈਨੂੰ ਆਪਦੀ ਪਾਰਟੀ ਦੀ, ਸਾਡੀ ਦੀ ਬਿਹਤਰੀ ਵਾਸਤੇ ਮੇਰੀ ਡਿਊਟੀ ਲਾਉਂਦੇ। ਮੈਂ ਖੁਸ਼ ਹਾਂ। ਕੇਜਰੀਵਾਲ ਸਾਹਿਬ, ਪੰਜਾਬ ਦੇ ਸਿਰ ਲਗਭਗ 3 ਲੱਖ ਕਰੋੜ ਰੁਪਏ ਦਾ ਕਰਜ਼ਾ। ਜੇ ਕਿਸੇ ਬੰਦੇ ਦੇ ਸਿਰ ਤੇ 50,000 ਦਾ ਕਰਜ਼ ਹੋਵੇ, ਮੇਰੇ ਸਿਰ ਦੇ ਉੱਤੇ ਕਿਸੇ ਵੇਲੇ 35,000 ਰੁਪਏ ਦਾ ਕਰਜ਼ ਸੀ। ਮੈਨੂੰ ਨੀਂਦ ਨਹੀਂ ਸੀ ਆਉਂਦੀ ਹੁੰਦੀ। ਮੇਰੇ ਬਾਪ ਦੇ ਉੱਤੇ ਕਰਜ਼ ਸੀ 1.5 ਲੱਖ ਰੁਪਏ ਦਾ, ਉਹਨਾਂ ਨੂੰ ਨੀਂਦ ਨਹੀਂ ਸੀ ਆਉਂਦੀ। ਅਪ੍ਰੈਲ ਮਹੀਨੇ ਦੇ ਵਿੱਚ ਮੇਰੇ ਪਿਤਾ ਜੀ ਨੇ ਵਿਆਜ ਦੇਣਾ ਹੁੰਦਾ ਸੀ। ਉਹ ਸਾਡੇ ਘਰ ਦੇ ਵਿੱਚ ਫਰਵਰੀ ਮਹੀਨੇ ਤੋਂ ਮਾਤਮ ਛਾ ਜਾਂਦਾ ਸੀ ਵੀ ਬਣੂਗਾ ਕੀ, ਬਿਜਲੀ ਦਾ ਬਿੱਲ ਰੁਕ ਜਾਣਾ, ਨਿਆਣਿਆਂ ਦੀ ਪੜ੍ਹਾਈ ਰੁਕ ਜਾਣੀ ਆ। ਪੰਜਾਬ ਦੇ ਸਿਰ 3 ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ, ਨੀਂਦ ਕਿਵੇਂ ਆਉਂਦੀ ਹੋਊਗੀ ਨੇਤਾਵਾਂ ਨੂੰ? तो ये अब आपको अच्छी नींद आएगी। मैं इतना आपको अगले 5 साल में ऐसा इंतजाम करेंगे कि आपको बहुत अच्छी नींद आएगी, हर पंजाबी को अच्छी नींद आएगी। इसका भगवंत जी ने पूरा वो कैलकुलेशन की है, ये बताएंगे। इन्होंने ये पूछा है सर कि 3 लाख पंजाब के नेताओं को नींद कैसे आती है? नींद कैसे आती है? पंजाब के नेताओं को नींद जिन्होंने लूटा है सर, जिन्होंने कर्जा लेकर मतलब पंजाब का बेड़ा गर्क किया है। तो सारा पैसा, ये बार बार यही कहते हैं, मैं जब इनके स्टेटमेंट सुनता हूँ कि 3 लाख करोड़ का कर्जा है, आप कैसे जो गारंटी दे रहे हो कैसे करोगे? सोचने वाली बात है कि ये पैसा गया कहाँ? ये पैसा तो इन्हीं लोगों ने चोरी किया है। जैसे अभी कह रहे थे कि ईडी की रेड पड़ी चन्नी साहब के घर पे, चन्नी साहब के रिश्तेदारों के घर पे, और 10 करोड़ रुपए का नकदी मिली है और 56 करोड़ रुपए की बोगस एंट्री मिली है। जगुआर की पता नहीं कितनी गाड़ियाँ मिली हैं, और लोग कह रहे हैं कि ये तो ट्रेलर है। और पता नहीं मतलब पिछले 111 दिन में इन्होंने, कोई कह रहा है 600 करोड़ कमा लिए, कोई कह रहा है 700 करोड़ कमा लिए, कोई कह रहा है 900 करोड़ कमा लिए। एक इनके मंत्री हैं कौन, जिन्होंने आरोप लगाया था ट्रांसफर, राणा गुरजीत, उन्होंने आरोप लगाया था कि ट्रांसफ़र पोस्टिंग में खूब पैसे चल रहे हैं सीएम ऑफिस में। तो 111 दिन में इन्होंने जो कमाल ही कर दिया, मतलब जो इनके पिछले वाले थे उन सबको उन्होंने पीछे छोड़ दिया।
यहाँ गए 3 लाख करोड़, जो आप पूछ रहे थे ये 3 लाख करोड़, तो ये 3 लाख करोड़ रुपए इन लोगों ने सारों ने मिलकर लूटे हैं। आम आदमी पार्टी की सरकार बनेगी, एक एक पैसे का हिसाब लेंगे। जितना पुराना इन्होंने लूटा है, किसी ने बड़े बड़े होटल बना लिए, किसी ने पता नहीं कितने मकान बना लिए, प्रॉपर्टी खरीद ली, स्विट्ज़रलैंड में खरीद, सारा पैसा वापस लेंगे और इन लोगों से सारा पैसा लेके उस पैसे से स्कूल बनवाएंगे आपके लिए, अस्पताल बनवाएंगे, सड़कें बनवाएंगे और पंजाब खुशहाल करेंगे। ਚੰਨੀ ਸਾਹਿਬ ਦਾ ਅੱਜ ਬਿਆਨ ਆਇਆ, ਉਹ ਕਹਿੰਦੇ ਕਿਆ ਗੱਲ ਕਰਦੇ ਹੋ यार, ये तो वैसे ही कही जाते हैं भी ये तो चुनाव के समय ऐसे करते हैं, ईडी से प्रेशर डलवाया जाता है। उनसे चन्नी साहब से अगली बार आप ये पूछना चाहिए 10 करोड़ किसका है। बस चन्नी साहब बार बार, कल से मैं देख रहा हूँ जी, मैंने वो पीएम की मोदी जी की रैली रोकी थी और ये किया था वो किया था उनका वो, तो इसीलिए मेरे से बदला ले रहे हैं। मैं मानता हूँ मोदी जी बदला लेते हैं, मेरे से भी लिया था। मोदी जी ने मेरे पे भी रेड कराई थी, मेरे ऊपर सीबीआई की रेड कराई, मेरे ऊपर इनकम टैक्स की रेड कराई, मेरे दफ्तर में कराई, मेरे घर पे कराई, मेरे को तो कोई फर्क नहीं पड़ा। मेरे घर आए, सारे आए, पुलिस, इतनी पुलिस आई, बेडरूम तक पहुंच गए, बेडरूम भी सारा छान मारा। उनको 10 मफलर मिले अनअकाउंटेड, मेरे को किसी ने गिफ्ट किए थे। उनका हिसाब पूछा, मेरे पास हिसाब नहीं था कि ये मफलर कहाँ से आए। बस इनके घर में तो नकदी 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 नकदी, तो कह रहे हैं मोदी जी बदला ले रहे हैं, चलो बदला ले रहे हैं। पैसा किसका है चन्नी साहब? ये 56 करोड़ की एंट्री किसकी है? 10 करोड़ का कैश किसका है? ये गाड़ियां किसकी हैं? आपने तो 111 दिन में कमाल ही कर दिया। एक तरफ वो है और दूसरी तरफ भगवंत है, जिसको आप 7 साल में एक नए पैसे का आप इनके ऊपर आरोप नहीं लगा सकते। तो आज पंजाब की जनता को चुनना है कि एक तरफ रेता चोर मुख्यमंत्री है और एक तरफ कट्टर ईमानदार मुख्यमंत्री, आपको कौन चाहिए? इसके साथ ही एक बड़ी हैरानी वाली बात है कि आज तक हमने तो सिर्फ यही देखा है कि जो नेता बनता है, जो कुर्सी पे बैठता है, उसकी संपत्ति बढ़ती है, लेकिन आपकी कम हुई है। ये क्या फॉर्मूला है, कैसे कम होगी? हम ईमानदारी से काम करते हैं जी। हमारी मतलब हम राजनीति के अंदर आए हैं, हम सारे जने अपना अपना करियर छोड़ के आए हैं। मैं इनकम टैक्स में कमिश्नर था जी। कमिश्नर की नौकरी छोड़ के पहले कई साल मैंने झुग्गी बस्तियों में काम किया। उस टाइम तो सोचा नहीं था राजनीति में आएंगे, वो तो एक जज्बा था कि देश के लिए कुछ करना है। कई साल राजनीति में काम करने के बाद फिर अन्ना हजारे जी के मूवमेंट में हिस्सा बने। फिर ये इतने बड़े आर्टिस्ट थे, एक एक शो के करोड़ों रुपए लेते थे। बिल्कुल। उसके बाद इन्होंने छोड़ दिया अपना सारा शो वो करना। तब तो इनको पता ही नहीं था मैं राजनीति में आऊँगा किसी दिन। वो तो पंजाब के लिए छोड़ा इन्होंने सब कुछ, पंजाब की बेहतरी के लिए इन्होंने सब कुछ छोड़ा। इनको लगा कि मेरे को पंजाब ने इतना, तो हम सब अपना करियर छोड़ के आए हैं। ये लोग जितने लोग आए हैं ये पैसा कमाने के लिए आए हैं राजनीति के अंदर। इसका छोटा सा उदाहरण है, आज हम जब जाते हैं गली गली के अंदर पंजाब में, मैं क्या कहता हूँ, भगवंत क्या कहते हैं कि हमने दिल्ली में स्कूल अच्छे कर दिए, हमें वोट दो, हम पंजाब के स्कूल भी अच्छे कर देंगे जी। हमने दिल्ली में अस्पताल अच्छे कर दिए, हमें वोट दो, हम दिल्ली के पंजाब के अस्पताल भी अच्छे कर देंगे, बिजली अच्छी कर देंगे। इनमें से कोई भी कहता है, कभी चन्नी साहब को कहते सुना है कि मेरे को वोट दो मैं स्कूल अच्छे कर दूंगा? कभी चन्नी साहब को कहते सुना है कि मेरे को वोट दो मैं अस्पताल अच्छे कर दूंगा, मैं बिजली ठीक कर दूंगा, इनका कोई एजेंडा ही नहीं है। ये तो ये कहते हैं कि 5 साल इन्होंने लूट लिया, अब हमारी बारी है, हमें भी लूटने दो, इस बार हमें वोट दो, इस बार मौका हमें दो। इनका कोई एजेंडा नहीं है पंजाब को लेके। रोजगार कैसे देंगे, स्कूल कैसे ठीक करेंगे, सड़क कैसे ठीक करेंगे, खेती कैसे ठीक करेंगे, इन लोगों ने तो मिलके पंजाब को बर्बाद कर दिया। जी। मैं ऐड करना चाह रहा हूँ, टैना साहब पिछले दिन ही पंजाब सरकार ने अनाउंस किया कि साडे पंजाब के जिहड़े स्कूल ने वो इंडिया दे विच नंबर 1 आ गए जी। मैनू बड़ी खुशी हुई भी मैं पंजाब के स्कूल नंबर 1 आ गए। मैं मनीष सिसोदिया जी नाल गल कीती कि सर तुसीं कित्थे फिरदे हो, इत्थे पंजाब दे विच स्कूल नंबर 1 आ गए, ठीक है ना, आओ आपां देखो तुसीं इत्थों सिੱਖ के दिल्ली करिए काम। तां चमकौर साहब दे एरिए 'ਚ 2-3 स्कूलों 'ਚ चले गए मनीष सिसोदिया जी साडे एजुकेशन मिनिस्टर। ਜਦੋਂ पता लग्या कि अंदर तो कुछ है ही नहीं, बाहर ही लिखा होया है स्मार्ट स्कूल, तो फिर उन्होंने ऑर्डर किया जी, ऑर्डर चन्नी साहब ने कि स्कूलों बाकी सारे स्कूलों बंद कर दिओ, ताले ला दिओ, कोई भी दिल्ली तो आवे उन्होंने दिखाना नहीं। यार नंबर 1 चीज़ नूं दिखाउण वास्ते तुसीं शर्माउंदे क्यों? साडे स्कूल देखण वास्ते जो मर्जी आ जाओ, रैड कारपेट विछावांगे तुहाडे कोले। साडे दिल्ली दे स्कूल जिहड़े ने जो अरविंद जी ने जो बनाए ने मनीष सिसोदिया नाल मिल के,
ਟਰੰਪ ਦੀ ਵਾਈਫ ਆਈ, ਉਹ ਕਹਿੰਦੀ ਮੈਂ ਦਿੱਲੀ ਦੇ ਸਕੂਲ ਦੇਖਣੇ ਨੇ। ਮੋਦੀ ਜੀ ਨੇ ਬਹੁਤ ਮਨਾ ਕੀਤਾ ਵੀ ਨਾ ਇੱਦਾਂ ਨਾ ਕਰ, ਨਾ ਜੀ ਕਹਿੰਦੀ ਮੈਂ ਦੇਖਣੇ ਨੇ। ਫਿਰ ਮੋਦੀ ਜੀ ਨੇ MCD ਵਾਲੇ ਸਕੂਲ ਕਿਉਂ ਨਹੀਂ ਦਿਖਾਏ ਜਿਹੜੇ ਸੈਂਟਰ ਨਾਲ ਰਿਲੇਟਡ ਨੇ? ਚਾਬੀਆਂ ਤਾਂ ਫਿਰ ਇਹਨਾਂ ਤੋਂ ਲੈਣੀਆਂ ਪਈਆਂ ਨਾ ਸਕੂਲ ਦੀਆਂ, ਕਿ ਚਾਬੀਆਂ ਦੇ ਦਿਓ ਜੀ ਸਕੂਲ ਖੋਲ ਦਈਏ। ਸੋ ਜੇ ਇੱਥੇ ਤੱਕ ਹੈਗਾ ਗੱਲਬਾਤ ਤਾਂ ਇਹਦਾ ਮਤਲਬ ਕੁਝ ਕੀਤਾ ਹੈ ਨਾ। ਨਾਲੇ ਦਿੱਲੀ ਦਾ ਮਾਡਲ ਜਿਹੜਾ ਹੈ ਆਪਣੇ ਲਈ ਤਾਂ 250 ਕਿਲੋਮੀਟਰ ਹੀ ਹੈ ਨਾ, ਗੁਜਰਾਤ ਦਾ ਮਾਡਲ ਹਜੇ ਦੂਰ ਪੈਂਦਾ ਆਪਾਂ ਨੂੰ, ਪਤਾ ਨਹੀਂ ਕਿਹਾ ਜਾਊ। ਦਿੱਲੀ ਦੇ ਮਾਡਲ ਤੋਂ ਵੱਡਾ ਮਾਡਲ ਪੰਜਾਬ ਦਾ ਬਣੂਗਾ। ਬਹੁਤ ਕੁਝ ਪੰਜਾਬ ਦੇ ਮਾਡਲ ਤੋਂ ਸਿੱਖ ਕੇ ਦਿੱਲੀ 'ਚ ਲੈ ਕੇ ਆਵਾਂਗੇ, ਦਿੱਲੀ ਤੋਂ ਬਹੁਤ ਕੁਝ ਪ੍ਰਭਾਵਿਤ ਹੋ ਕੇ ਇੱਥੇ ਕਰਾਂਗੇ, ਅਤੇ ਪੰਜਾਬ ਦੇ ਮਾਡਲ ਨੂੰ, ਦਿੱਲੀ ਦੇ ਮਾਡਲ ਨੂੰ ਤਾਂ ਪੂਰੀ ਦੇਸ਼ ਦੇਖਦਾ ਹੈ, ਪੰਜਾਬ ਦੇ ਮਾਡਲ ਨੂੰ ਪੂਰੀ ਦੁਨੀਆ ਦੇਖੂਗੀ ਕਿ ਹਾਂ ਪੰਜਾਬ ਹੈ ਪਹਿਲੇ ਨੰਬਰ 'ਤੇ, ਪੰਜਾਬ ਜਿਹੜਾ ਦੁਬਾਰੇ ਆਊਗਾ। ਜੀ ਮਾਨ ਸਾਹਿਬ, ਸਵਾਲ ਥੋੜ੍ਹਾ ਜਿਹਾ ਕੌੜਾ ਲੱਗ ਸਕਦਾ। ਤੁਹਾਡੇ ਵਿਰੋਧੀ ਅਕਸਰ ਇਹ ਗੱਲ ਕਹਿੰਦੇ ਵੀ ਤੁਸੀਂ ਦਾਰੂ ਪੀਂਦੇ ਹੋ, ਤੁਸੀਂ ਸ਼ਰਾਬ ਪੀਂਦੇ ਹੋ, ਹੁਣ ਤਾਂ ਕਹਿਣ ਲੱਗੇ ਵੀ ਸੁੱਕੀ ਪੀਂਦੇ ਆ, ਬਰਫ਼ ਵੀ ਨਹੀਂ ਪਾਉਂਦੇ। ਸੱਚਾਈ ਕੀ ਹੈ? इसका मैं जवाब देता हूँ। हाँ, मैं इन लोगों को कुछ नहीं मिला भगवंत के खिलाफ, तो इन लोगों ने ये सब कहना चालू कर दिया कि ये तो ये करता है, ये करता है, ये करता है। वो आजकल PTC चैनल बादलों का है, वो भी मैं देख रहा था, एक वो वीडियो बना के चला रहा है। तो जब से हमने भगवंत का नाम अनाउंस करा, सुखबीर बादल ने 50 लोगों की टीम बनाई कि इसके खिलाफ कुछ निकालो, इसके खिलाफ कुछ निकालो। चन्नी साहब ने 50 लोगों की टीम बनाई कि भगवंत के खिलाफ कुछ निकालो, भगवंत के खिलाफ कुछ निकालो। सारों ने मिलके 48 साल उम्र है इनकी, 48 साल की उम्र के भगवंत मान के खिलाफ इनको 3 वीडियो मिले बस, और कुछ नहीं मिला। तो आज सुखबीर बादल भी सर्टिफिकेट देता है कि भगवंत मान कट्टर ईमानदार आदमी है, चन्नी साहब भी सर्टिफिकेट देते हैं कि भगवंत मान कट्टर ईमानदार आदमी है। जी जी बिल्कुल सर, दिल्ली मॉडल दी आपां गल कर और रहे मैं सी। उनको कहना चाहता हूँ सबको, पहली चीज़ ये जैसा भी है पंजाब के लोगों के दिलों में बसता है। तुम्हारी तरह रेता चोरी नहीं करता, तुम्हारी तरह नशा नहीं बेचता, तुम्हारी तरह पंजाब को नहीं लूटता, पंजाब के लिए जान कुर्बान करने के लिए तैयार है ये। ਜੀ ਆਪਾਂ ਦਿੱਲੀ ਮਾਡਲ ਦੀ ਗੱਲ ਕਰ ਰਹੇ ਸੀ ਸਰ। ਵਾਕਈ ਅਸੀਂ ਸੁਣਿਆ ਕਿ ਦਿੱਲੀ ਦੇ ਵਿੱਚ ਸਕੂਲਾਂ ਦੇ ਹਾਲਾਤ ਬਹੁਤ ਚੰਗੇ ਨੇ, ਮੁਹੱਲਾ ਕਲੀਨਿਕਸ ਨੇ, ਉੱਥੇ ਲੋਕਾਂ ਨੂੰ ਬਹੁਤ ਸਾਰੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ, ਪਰ ਦਿੱਲੀ ਦੇ ਮੁੱਦੇ ਕੁਝ ਹੋਰ ਨੇ, ਪੰਜਾਬ ਦੇ ਮੁੱਦੇ ਕੁਝ ਹੋਰ ਨੇ। ਕੀ ਉਹ ਸਾਰੀਆਂ ਚੀਜ਼ਾਂ ਵਾਕਈ ਪੰਜਾਬ ਦੇ ਵਿੱਚ ਵੀ ਲਾਗੂ ਹੋਣਗੀਆਂ? क्योंकि ना जो शरीक है ना वो बोल रहे हैं कि दिल्ली तो एक म्यूनसिपल कारपोरेशन है, वो छोटा सा है, पंजाब बहुत बड़ा है, सरहदी क्षेत्र है। आपने भी सुना कि दिल्ली के स्कूल अच्छे हो गए। जी आपसे पूछना चाहता हूँ कि पंजाब के स्कूल अच्छे होने चाहिए? बिल्कुल करेंगे। दिल्ली के अस्पताल अच्छे हो गए? जी पंजाब के होने चाहिए? बिल्कुल होने चाहिए। करेंगे। जी दिल्ली में खेती ज़्यादा नहीं होती, पंजाब में खेती ठीक करनी है तो पंजाब के किसानों के साथ बैठ के ये खेती ठीक करेंगे। जी दिल्ली में इंडस्ट्री बहुत ज़्यादा नहीं है, पंजाब में इंडस्ट्री ठीक करनी है। पंजाब की सारी इंडस्ट्री छोड़ के मध्य प्रदेश चली गई, तो पंजाब के उद्योगपतियों के साथ ये बैठ के पंजाब की इंडस्ट्री ठीक करेंगे। जी सारे मुद्दे, कुछ मुद्दे दिल्ली से सीखेंगे, कुछ मुद्दे यहाँ करेंगे, सारा मिला के एक ऐसा पंजाब मॉडल बनाएंगे भगवंत मान जो पूरी दुनिया देखेगी। जी सर, पंजाब खेती प्रधान सूबा ते सब तो पहला आपां खेती दी गल ही कर लैंदे आ। बहुत सारियां समस्यावां ने अज किसानां दे अगे। आम आदमी पार्टी कोल की विजन है किसानां दी बेहतरी दे लई? आम आदमी पार्टी की कर? मान साहब देखो, खेती जिहड़ी है अज दी डेट 'ਚ ਉਹ घाटे ਦਾ सौदा ਜਾਂ कह लो मजबूरी ਦਾ ਧੰਦਾ कि कुछ होर नहीं, चलो खेती कर लो। गुरु नानक साहब ने कहा सी उत्तम खेती, मध्यम ਵਪਾਰ, नखिद्ध चाकरी। जी नौकरी ਨੂੰ ਤੀਜੇ ਨੰਬਰ ਤੇ ਰੱਖਿਆ ਸੀ, ਖੇਤੀ ਨੂੰ ਪਹਿਲੇ ਤੇ। ਖੁਦ ਵੀ ਖੇਤੀ ਕੀਤੀ ਆਖਰੀ 16 ਸਾਲ ਜਿਹੜੇ ਕਰਤਾਰਪੁਰ ਸਾਹਿਬ। ਹੁਣ ਕੀ ਹੈ? ਹੁਣ ਤੀਜੇ ਨੰਬਰ ਵਾਲੀ ਚੀਜ਼ ਪਹਿਲੇ ਤੇ ਹੈ, ਪਹਿਲੇ ਨੰਬਰ ਵਾਲੀ ਤੀਜੇ ਤੇ ਹੈ। ਨੌਕਰੀ ਲੈਣ ਲਈ ਜ਼ਮੀਨ ਵੇਚਣ ਨੂੰ ਤਿਆਰ ਹਾਂ, ਕਿਉਂਕਿ ਕੋਈ ਪਲੈਨਿੰਗ ਹੀ ਹੈ ਨਹੀਂ, ਕੋਈ ਐਗਰੀਕਲਚਰ ਦੀ ਪਾਲਿਸੀ ਹੈ ਨਹੀਂ। ਆਮ ਆਦਮੀ ਪਾਰਟੀ ਕੋਆਪਰੇਟ ਸੁਸਾਇਟੀਆਂ ਨੂੰ ਜਿੰਦਾ ਕਰੂਗੀ। ਆਮ ਆਦਮੀ ਪਾਰਟੀ ਕਿਸਾਨ ਦੇ ਨਾਲ ਮਿਲ ਕੇ ਖੇਤੀ ਕਰਨ ਲੱਗੂਗੀ ਜੀ ਕਿ ਯਾਰ ਆਪਾਂ ਆਹ ਬੀਜਾਂਗੇ, ਇਹਦੇ ਨਾਲ ਪ੍ਰੋਡਕਸ਼ਨ ਕਾਸਟ ਘਟੂਗੀ। BSc ਐਗਰੀਕਲਚਰ, MSc ਐਗਰੀਕਲਚਰ ਪੜ੍ਹੇ ਹੋਏ ਮੁੰਡੇ ਕੁੜੀਆਂ ਖੇਤਾਂ ਦੇ ਟੀਚਰ ਲਾਵਾਂਗੇ,
ਜਿਹੜੇ ਦੱਸਣਗੇ ਕਿ ਆਹ ਸੁੰਡੀ ਤੇ ਆਹ ਸਪਰੇਅ ਕਰਨੀ ਹੈ। ਹੁਣ ਆਪਾਂ ਨੂੰ ਕੌਣ ਦੱਸਦਾ? ਇੱਕ ਦੂਜੇ ਨੂੰ ਪੁੱਛਦੇ ਆ ਵੀ ਪੀਲੇ ਜੇ ਖੰਭਾਂ ਵਾਲੀ ਸੁੰਡੀ ਲੱਗ ਗਈ, ਤੂੰ ਕੱਲ ਸਪਰੇਅ ਕਰੀ ਜਾਂਦਾ ਸੀ, ਕਿਹੜੀ ਹੈ? ਉਹ ਕਹਿੰਦਾ ਮੈਨੂੰ ਤਾਂ ਪਤਾ ਨਹੀਂ, ਲਾਲ ਜੇ ਢੱਕਣ ਵਾਲੀ ਹੈ। ਸਾਰਾ ਪਿੰਡ ਲਾਲ ਜੇ ਢੱਕਣ ਵਾਲੀ ਕਰ ਦਿੰਦਾ ਹੈ। ਨਾ ਪੀਏਯੂ ਦੱਸਦੀ ਹੈ, ਪੀਏਯੂ ਦਾ ਆਪਦਾ ਨਰਮਾ ਮਰ ਜਾਂਦਾ ਹੈ। ਪੀਏਯੂ ਕਿੱਥੋਂ ਬੀਜਾਂ ਦੀ ਖੋਜ ਕਰੇ? ਉਹਦੇ ਕੋਲ ਬਜਟ ਹੈ ਨਹੀਂ ਪੀਏਯੂ ਕੋਲੇ, ਠੀਕ ਹੈ ਨਾ। ਸੋ ਇਸ ਕਰਕੇ ਅਸੀਂ ਕੋਆਪਰੇਟਿਵ ਸੁਸਾਇਟੀਆਂ ਨੂੰ ਜਿਉਂਦੀਆਂ ਕਰਕੇ ਕਿਸਾਨ ਦੀ ਪ੍ਰੋਡਕਸ਼ਨ ਕਾਸਟ ਘਟਾ ਕੇ, ਫਸਲਾਂ ਦੇ ਭਾਅ ਵਧਾ ਕੇ, ਜਿਹੜਾ ਜੇ ਹੁਣ ਕਿਸਾਨ ਨੂੰ ਇਹ ਮੈਨੂੰ ਮੈਂ ਖੇਤੀ ਕਰ 15-16 ਕਿੱਲੇ ਜ਼ਮੀਨ ਹੈ ਸਾਡੇ ਕੋਲ, ਜੇ ਮੈਨੂੰ ਇਹ ਯਕੀਨ ਹੋ ਜੇ ਕਿ ਮੈਂ 2 ਏਕੜ ਮੱਕੀ ਬੀਜਦਾ, ਮੱਕੀ 'ਚੋਂ ਜਿੰਨੇ ਮੈਨੂੰ ਪੈਸੇ ਬਣਦੇ ਨੇ 2 ਏਕੜ ਦੇ, ਜੋ ਝੋਨਾ ਬੀਜਦਾ ਤਾਂ ਕਿੰਨੇ ਬਣਦੇ ਨੇ, ਉਹਦਾ ਜਿਹੜਾ ਡਿਫਰੈਂਸ ਹੈ ਮੈਨੂੰ ਪੇ ਕਰ ਦਿਓ ਜਾਂ ਮੈਨੂੰ ਕੰਪਨਸੇਟ ਕਰ ਦਿਓ, ਜਿਵੇਂ ਮਰਜ਼ੀ। ਮੈਂ ਝੋਨਾ ਲਾਉਣ ਵੱਲ ਜਾਊਂਗਾ ਹੀ ਨਹੀਂ। ਨਾਲੇ ਪਾਣੀ ਲੈ ਕੇ ਥੱਲੇ ਆਪਣਾ ਰਾਜਸਥਾਨ ਬਣਨ ਦੇ ਕਹਿੰਦੇ ਕਿਨਾਰੇ ਤੇ ਮਾਰੂਥਲ ਬਣਨ ਦੇ ਕਿਉਂ ਝੋਨਾ ਬੀਜਿਆ ਜਾ ਰਿਹਾ, ਜਦ ਕਿ ਉਹ ਸਾਡੀ ਖੁਰਾਕ ਵੀ ਨਹੀਂ ਹੈਗੀ। 95% ਇੱਥੋਂ ਬਾਹਰ ਜਾਂਦਾ ਸਾਰੇ ਦੇਸ਼ 'ਚ। ਸੋ ਇਸ ਕਰਕੇ ਕਿ ਝੋਨੇ ਦੀ MSP ਹੈ, ਅਸੀਂ ਸਾਡੀ ਧਰਤੀ ਇੰਨੀ ਉਪਜਾਊ ਹੈ ਸਵਰਨ ਜੀ ਕਿ ਬਾਜਰਾ ਬੀਜ ਲਓ, ਸੂਰਜਮੁਖੀ ਬੀਜ ਲਓ, ਦਾਲਾਂ ਬੀਜ ਲਓ, ਮੱਕੀ ਬੀਜ ਲਓ, ਗੰਨਾ ਬੀਜ ਲਓ, ਜੋ ਮਰਜ਼ੀ ਬੀਜ ਸੁੱਟ ਦਿਓ। ਪਰਮਾਤਮਾ ਦੀ ਕਿਰਪਾ ਨਾਲ ਇੰਨੀ ਫਰਟਾਈਲ ਧਰਤੀ ਹੈ, ਉਹ ਫੁੱਟ ਪੈਂਦੀ ਹੈ। 150 ਮਣ ਦਾਣੇ ਪੈਦਾ ਕਰਦੀ ਹੈ ਪੰਜਾਬ ਦੀ ਧਰਤੀ ਇੱਕ ਦਿਨ, ਇੱਕ ਮਹੀਨੇ 'ਚ, ਇੱਕ ਸਾਲ 'ਚ। 90 ਮਣ ਝੋਨਾ, 60 ਮਣ ਕਣਕ। ਜਿਹੜੇ ਅਮਰੀਕਾ ਕੈਨੇਡਾ ਨੂੰ ਅਸੀਂ ਮਾਂ ਦੀਆਂ ਵਾਲੀਆਂ ਵੇਚ ਕੇ, ਪਿਓ ਦੀ ਜ਼ਮੀਨ ਵੇਚ ਕੇ ਭੱਜੇ ਜਾਂਦੇ ਆ, ਉੱਥੇ 6-6 ਮਹੀਨੇ ਤਾਂ ਬਰਫ਼ ਪਈ ਰਹਿੰਦੀ ਹੈ। ਬਰਾਨੀ ਜੀ ਖੇਤੀ ਕਰਦੇ 20-25 ਮਣ। ਮੇਰੀ ਵਿੱਦਿਆ ਤੋਂ, ਮੇਰੀ ਸਮਝ ਤੋਂ ਬਾਹਰ ਹੈ ਕਿ ਯਾਰ 20-25 ਮਣ ਵਾਲੇ ਮੌਜਾਂ ਕਰ ਰਹੇ ਨੇ, 150 ਮਣ ਵਾਲੇ ਭੁੱਖੇ ਮਰ ਰਹੇ ਨੇ। ਕਾਰਨ ਜਿਹੜੇ ਆਪਾਂ ਮੂਹਰੇ ਲਾਏ ਸੀਗੇ ਲੀਡਰ, ਉਹ ਆਪਣੇ ਹੱਕ 'ਚ ਨਹੀਂ ਭੁਗਤੇ। ਉਹਨਾਂ ਨੇ ਕੋਈ ਕਾਨੂੰਨ ਨਹੀਂ ਬਣਾਏ, ਉਹਨਾਂ ਨੇ ਆਪਾਂ ਨੂੰ ਬਚਾਉਣ ਵਾਸਤੇ ਕੋਈ ਪਲੈਨਿੰਗਾਂ ਨਹੀਂ ਬਣਾਈਆਂ। ਉਹਨਾਂ ਸਿਰਫ ਆਪਣੇ ਢਿੱਡ ਭਰੇ ਨੇ, ਆਪਣੇ ਧੀਆਂ ਪੁੱਤਾਂ ਨੂੰ ਉਹਨਾਂ ਨੇ ਅੱਗੇ ਕੀਤਾ। ਇਸ ਕਰਕੇ ਖੇਤੀ ਵਾਸਤੇ ਪੂਰਾ ਰੋਡ ਮੈਪ ਤਿਆਰ ਹੈ। ਬੜੇ ਵੱਡੇ ਸਪੈਸ਼ਲਿਸਟਾਂ ਨਾਲ ਬੈਠਾਂਗੇ, ਕੋਈ ਇਹ ਸ਼ਰਮਾਉਂਦੇ ਨਹੀਂ ਅਸੀਂ ਕਿ ਇਹਨਾਂ ਨੂੰ ਬੁਲਾ ਕੇ ਪਤਾ ਨਹੀਂ ਅਸੀਂ ਛੋਟੇ ਹੋ ਜਾਵਾਂਗੇ। ਉਹਨਾਂ ਤੋਂ ਲੈ ਕੇ ਰਾਏ ਤੇ ਪੰਜਾਬ ਦੀ ਖੇਤੀ ਜਿਹੜੀ ਹੈ ਉਹ नंबर 1 सूबा फिर दोबारा बढ़ा दें। देखो, जब हम दिल्ली की सरकार संभाली हमने, हमें तो स्कूल चलाने नहीं आते थे जी, हमें तो अस्पताल चलाने भी नहीं आते थे, हमें तो बिजली का भी नहीं पता था, हमें तो पानी का भी नहीं पता था। नीयत साफ थी हमारी, हमें लूटने की नीयत नहीं थी। हमें स्कूलों में बच्चों के डेस्क में चोरी करके पैसे नहीं कमाने थे। हमें स्कूलों में बच्चों की किताबों की चोरी करके पैसे नहीं कमाने थे जी। मेरी मनीष सिसोदिया जी की नीयत थी कि स्कूल ठीक करने हैं, तो जिनको स्कूल ठीक करने आते थे उनके साथ बैठे हम लोग, जिनको अस्पताल ठीक करने आते थे उनके साथ बैठे हम लोग, जिनको बिजली ठीक करनी आती थी उनके साथ बैठे हम लोग। यहाँ भी जिनको खेती ठीक करनी आती है उनके साथ बैठेंगे भगवंत मान, जिनको इंडस्ट्री ठीक करनी आती है उनके साथ बैठेंगे भगवंत मान। क्यों? इनकी नीयत साफ है। ये सारी चीज़ों का निचोड़ मैं समझता हूँ एक ही है, वो है कि नीयत साफ है कि नीयत खराब है। देखो, वातावरण की गल, पंजाब का पानी काले रंग का हो गया। सतलुज जिहड़ा जिहदा पानी लैके गुरु गोबिंद सिंह जी ने 13 अप्रैल 1699 ਨੂੰ ਅੰਮ੍ਰਿਤ ਬਣਾਇਆ ਸੀ। ਲੁਧਿਆਣੇ ਤੱਕ ਪਹੁੰਚਦੇ ਜ਼ਹਿਰ ਵੰਡਣ ਲੱਗ ਜਾਂਦਾ ਹੈ, ਠੀਕ ਹੈ ਨਾ। ਕਾਲੇ ਰੰਗ ਦਾ ਪਾਣੀ ਆਉਂਦਾ ਹੈ। ਤੇ ਫਿਰ ਅਸੀਂ ਸੀਚੇਵਾਲ ਸਾਹਿਬ ਨਾਲ ਗੱਲ ਕਰਾਂਗੇ ਨਾ, ਜਿਨ੍ਹਾਂ ਨੂੰ ਤਜਰਬਾ ਹੈ। ਪੂਰਾ ਦੇਸ਼ ਸੀਚੇਵਾਲ ਮਾਡਲ ਦੇਖਣ ਆਉਂਦਾ ਹੈ। ਉਹਨਾਂ ਨੂੰ ਬਣਾਤਾ ਪੋਲੂਸ਼ਨ ਬੋਰਡ ਦਾ ਮੈਂਬਰ, ਕੰਮ ਕੁਝ ਵੀ ਨਹੀਂ ਕਰ ਦਿੱਤਾ। ਉਹ ਰੋਈ ਜਾਂਦੇ ਨੇ, ਕਰ ਲਓ ਆਹ ਕਰ ਲਓ। ਸੋ ਆਪਣੇ ਪੱਧਰ ਤੇ ਕਰ ਰਿਹਾ ਜਿੰਨਾ ਕਰ ਰਿਹਾ। ਸੀਚੇਵਾਲ ਸਾਹਿਬ ਵਰਗੇ ਬੰਦਿਆਂ ਦੀ ਰਾਏ ਲੈ ਕੇ ਪੰਜਾਬ ਦਾ ਪਾਣੀ ਫਿਰ ਦੁਬਾਰਾ ਨੀਲੇ ਰੰਗ ਦਾ, ਫਿਰ ਪੰਜਾਬ 5 ਆਬ, ਹੁਣ ਤਾਂ ਨਾਮ ਦਾ ਹੀ ਰਹਿ ਗਿਆ, ਨਾ ਪੀਣ ਵਾਲਾ ਨਾ ਸਿੰਚਾਈ ਵਾਲਾ, ਸਭ ਜ਼ਹਿਰਾਂ ਬਣ ਰਹੇ। ਬਿਲਕੁਲ ਕੇਜਰੀਵਾਲ ਸਾਹਿਬ, ਪੰਜਾਬ ਦੇ ਵਿੱਚ ਕਿਸੇ ਵੇਲੇ ਸਿਰਫ ਧਰਮ ਦੀ ਗੱਲ ਆ ਜਿਹੜੀ, वो सारे धर्म एक का, सभी धर्म हमें मनुष्यता के बारे में समझाते हैं, मगर अब ऐसी बात कम चलती है। कोई बोलता है जी कि हम तो हिंदू भाईचारे से लेके आएंगे किसी को, कोई बोलता हम अनुसूचित जाति से लेके आएंगे, कोई बोलता कि हम ये लेके आएंगे। दुख है, मनुष्य को मनुष्य रहना चाहिए। मगर आप क्या सोचते हो कि चन्नी साहब के आने से अनुसूचित जाति भाईचारे की वोट किधर जा रही है? ये एक गलत फहमी है कि चूँकि चन्नी साहब SC भाईचारे से आते हैं तो SC भाईचारे के सारे वोट उनको पड़ेंगे। मैं इसका एक छोटा सा, मेरे को भी ऐसे लगता था। अभी थोड़े दिन पहले मेरे पास एक व्यक्ति आया, वो SC भाईचारे से था। मैंने उनसे पूछा, मैंने कहा किसको वोट देंगे आप? तो उन्होंने कहा जी आम आदमी पार्टी को। मैंने कहा क्यों?
मैंने कहा अब तो एससी भाईचारे का व्यक्ति सीएम है। उन्होंने कहा जी कांग्रेस पार्टी ने बदमाशी करी है। मैंने कहा कैसे? बोले जी देखो चुनाव के 3 महीने पहले एससी भाईचारे का सीएम बना दिया, लेकिन चुनाव के बाद नहीं बनाएंगे। बोला ये कांग्रेस धोखा कर रही है। बोला सारे एससी भाईचारे में ये बात फैली हुई है कि कांग्रेस धोखा कर रही है, कांग्रेस चुनाव के बाद नहीं बनाएगी। जी। मैंने कहा कि हो सकता है अभी सीएम का चेहरा, बोला देखो सीएम का चेहरा डिक्लेयर नहीं किया, अगर इनको बनाना था तो सीएम का चेहरा क्यों नहीं डिक्लेयर करते? तो मैंने कहा हो सकता है तो 2-4 दिन में कर दें। कहता मैं आपको लिख के दे सकता हूं, अगर इन्होंने सीएम का चेहरा भी अगर डिक्लेयर कर दिया, चुनाव के बाद सीएम नहीं बनाएंगे इनको। महाराष्ट्र में कर चुके हैं ये। कांग्रेस ने सुशील कुमार शिंदे को एससी भाईचारे के वोट लेने के लिए चुनाव के 3 महीने पहले सीएम बना दिया, चुनाव के बाद हटा दिया। तो सारा पंजाब का एससी भाईचारा कह रहा है कि कांग्रेस को इस बार मजा चखाएंगे, कांग्रेस को वोट नहीं देंगे, कांग्रेस हमारे साथ बदमाशी कर रही है, धोखा दे रही है, पीठ में छुरा घोप रही है। ਮਾਨ ਸਾਹਿਬ ਗਰੰਟੀਆਂ ਦੀ ਗੱਲ ਹੁੰਦੀ ਹੈ। ਕੇਜਰੀਵਾਲ ਸਾਹਿਬ ਨੇ ਪੰਜਾਬ ਦੇ ਵਿੱਚ ਕਾਫੀ ਗਰੰਟੀਆਂ ਦਿੱਤੀਆਂ। ਔਰਤਾਂ ਨੂੰ 1000 ਰੁਪਏ ਮਹੀਨਾ ਖਾਤੇ ਦੇ ਵਿੱਚ ਪਾ ਦਿਆਂਗੇ, ਹੋਰ ਬਹੁਤ ਸਾਰੀਆਂ। ਜਦੋਂ ਪੰਜਾਬ ਦੇ ਅੱਜ ਜੰਮਦੇ ਨਿਆਣੇ ਦੇ ਸਿਰ ਦੇ ਉੱਤੇ ਕਰਜ਼ੇ ਦੀ ਭਾਂਡਾ ਵਾਲ-ਵਾਲ ਵਿੰਨਿਆ ਹੋਇਆ ਉਹਦਾ, ਉਦੋਂ ਕਿਵੇਂ ਇਹ ਗਰੰਟੀਆਂ ਦਿੱਤੀਆਂ ਜਾ ਸਕਦੀਆਂ? ਕਿਵੇਂ ਪੰਜਾਬ ਦੇ ਵਿੱਚ ਖਜ਼ਾਨੇ 'ਚ ਰੁਪਈਏ ਆਉਣਗੇ? ਪੱਲੇ ਹੈ ਨਹੀਂ ਧੇਲਾ ਕਰਦੀ ਮੇਲਾ। ਦੇਖੋ ਗੱਲ ਇਹ ਹੈ, ਜਿਸ ਤਰ੍ਹਾਂ ਪਹਿਲਾਂ ਸੀਐਮ ਸਾਹਿਬ ਨੇ ਦੱਸਿਆ ਕਿ ਨੀਅਤ ਸਾਫ਼ ਹੋਣੀ ਚਾਹੀਦੀ ਹੈ। ਜਦੋਂ ਅਸੀਂ 1000 ਰੁਪਏ ਵਾਲੀ ਅਨਾਉਂਸਮੈਂਟ ਕੀਤੀ ਤਾਂ ਅਸੀਂ ਸਾਰਾ ਹਿਸਾਬ ਲਾਇਆ ਕਿ 8200 ਤੋਂ 8600 ਕਰੋੜ ਰੁਪਏ ਦਾ ਬਜਟ ਹੈ ਜੀ। ਠੀਕ ਹੈ ਜੀ। ਉਹ ਜੋ 1000 ਰੁਪਏ ਦਾ ਜੋ 18 ਸਾਲ ਤੋਂ ਉੱਪਰ ਵਾਲੀਆਂ ਮਾਵਾਂ ਭੈਣਾਂ ਨੂੰ ਕੱਲਾ ਰੇਤਾ ਜਿਹੜਾ ਨਾ ਜੇ ਉਹਦੀ ਲੀਕੇਜ ਰੋਕ ਦਈਏ 20000 ਕਰੋੜ ਬਣਦਾ ਜੀ। ਜਾਨੀ ਕਿ ਕੱਲੇ ਰੇਤੇ ਨਾਲ ਅਸੀਂ 3 ਸਾਲ ਲਗਭਗ ਅਸੀਂ ਮਹਿਲਾਵਾਂ ਦੇ 1000 ਰੁਪਏ ਵਾਲੀ ਗਰੰਟੀ ਪੂਰੀ ਕਰ ਸਕਦੇ ਹਾਂ। ਫਿਰ ਐਕਸਾਈਜ਼, ਫਿਰ ਟਰਾਂਸਪੋਰਟ, ਫਿਰ ਸੈਂਡ ਮਾਫੀਆ, ਲੈਂਡ ਮਾਫੀਆ, ਮਾਫੀਏ ਦੇ ਪੈਸੇ ਦਾ ਪੰਜਾਬ ਦੇ ਕੋਲੇ ਕੁਦਰਤ ਨੇ ਬਹੁਤ ਸਰੋਤ ਦਿੱਤੇ ਨੇ, ਬਹੁਤ ਮਿਹਰਬਾਨ ਹੈ ਪੰਜਾਬ ਤੇ ਕੁਦਰਤ। ਠੀਕ ਹੈ ਨਾ, ਇੰਨੇ ਸਰੋਤ ਕਿ ਛੱਤੀਸਗੜ੍ਹ ਛੋਟਾ ਜਿਹੀ ਸਟੇਟ ਹੈ, ਇੱਕ ਨਦੀ ਤੋਂ ਆਪਣੇ ਨਾਲੋਂ ਵੱਧ ਪੈਸੇ ਕਮਾਈ ਜਾਂਦੇ। ਸਾਡੇ ਨਦੀਆਂ ਹੀ ਨਦੀਆਂ ਨੇ, ਬਰਸਾਤੀ ਨਦੀਆਂ, ਸਾਡੇ ਹਰ 10 ਕਿਲੋਮੀਟਰ ਤੇ ਕੋਈ ਨਾ ਕੋਈ ਨਦੀ ਨਾਲਾ ਆਉਂਦਾ। ਤਾਂ ਅਸੀਂ ਮਾਫੀਏ ਦਾ ਜਿਹੜਾ ਪੈਸਾ ਹੈ, ਜਿਹੜਾ ਹੁਣ ਲੀਡਰਾਂ ਦੇ ਘਰ ਵੱਲ ਜਾਂਦਾ, ਉਹਨੂੰ ਖਜ਼ਾਨੇ ਵੱਲ ਮੋੜਾਂਗੇ। ਖਜ਼ਾਨਾ ਵੀ ਭਰੂਗਾ, ਕਰਜ਼ਾ ਵੀ ਲਾਹਾਂਗੇ, ਭੱਜਦੇ ਨਹੀਂ, ਕਰਜ਼ਾ ਵੀ ਲਾਹਾਂਗੇ, ਸਹੂਲਤਾਂ ਵੀ ਦੇਵਾਂਗੇ। ਬਾਹਰਲੇ ਮੁਲਕਾਂ 'ਚ ਵੀ ਮਿਲਦੇ ਆ ਪੈਸੇ, ਗੌਰਮੈਂਟ ਅਮਰੀਕਾ ਕੈਨੇਡਾ ਵਾਲੇ, ਉੱਥੇ ਇਹਨੂੰ ਸੋਸ਼ਲ ਸਿਕਿਉਰਿਟੀ ਕਹਿ ਦਿੰਦੇ ਨੇ। ਸਾਡੇ ਕੋਲ ਮੁਫਤਖੋਰੀ, ਕਿਉਂ ਮੁਫਤਖੋਰੀ ਬਈ? ਤੇ ਲੀਡਰਾਂ ਨੂੰ ਕਿੰਨਾ ਕੁਛ ਮੁਫਤ ਮਿਲਦਾ, ਕਿੰਨੇ ਹਜ਼ਾਰ ਯੂਨਿਟ ਮਾਫ ਲੀਡਰਾਂ ਦੇ, ਹਵਾਈ ਸਫ਼ਰ ਸਾਰੇ ਮੁਲਕ ਦਾ ਮਾਫ। ਜੇ ਤੁਸੀਂ ਇੱਕ ਵਾਰੀ MP ਬਣ ਗਏ, MLA ਬਣ ਗਏ, ਤੁਹਾਨੂੰ ਸਾਰੀ ਜ਼ਿੰਦਗੀ ਲਈ ਰੇਲਵੇ ਦਾ ਜਿਹੜਾ ਉਹ ਫ੍ਰੀ ਹੈ ਜੀ। ਆਪਦੇ ਘਰ ਦੇ ਖਰਚੇ ਸਾਰੇ ਫ੍ਰੀ, ਤੇਲ ਉਹਨਾਂ ਨੂੰ ਮਿਲਦਾ। ਜੇ ਲੀਡਰਾਂ ਨੂੰ ਫ੍ਰੀ ਮਿਲਦਾ ਹੈ, ਜਿਨ੍ਹਾਂ ਦੇ ਪੈਸੇ ਨਾਲ ਤੁਸੀਂ ਉਹਨਾਂ ਨੂੰ ਫ੍ਰੀ ਕਰਦੇ ਹੋ ਟੈਕਸ ਦਾ, ਲੋਕਾਂ ਨੂੰ ਕਿਉਂ ਨਹੀਂ ਫ੍ਰੀ ਮਿਲਣਾ ਚਾਹੀਦਾ? ਜਿਹੜੀਆਂ ਚੀਜ਼ਾਂ ਲੀਡਰਾਂ ਨੂੰ ਫ੍ਰੀ ਮਿਲਦੀਆਂ ਨੇ ਅਸੀਂ ਤਾਂ ਲੋਕਾਂ ਨੂੰ ਦੇਵਾਂਗੇ, ਜੋ ਮਰਜ਼ੀ ਕਹਿ ਲਓ। ਜੀ ਬਿਲਕੁਲ ਸਰ, ਇੱਕ ਮੁੱਦੇ ਤੇ ਤੁਹਾਡੇ ਨਾਲ ਮੈਂ ਜ਼ਰੂਰ ਗੱਲ ਕਰਨਾ ਚਾਹੁੰਦੀ ਹਾਂ। ਇੱਕ ਕੁੜੀ ਹੋਣ ਦਾ ਨਾਤੇ ਅੱਜ ਮੈਂ ਪੰਜਾਬ ਦੀ ਧੀ ਹਾਂ ਤੇ ਉਸ ਨਾਤੇ ਤੁਹਾਡੇ ਨਾਲ ਇਹ ਗੱਲ ਕਰ ਰਹੀ ਹਾਂ। ਨਸ਼ਿਆਂ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ ਇਸ ਵੇਲੇ ਪੰਜਾਬ ਦਾ। ਬਹੁਤ ਸਾਰੀਆਂ ਭੈਣਾਂ ਨੇ ਆਪਣੇ ਵੀਰ ਖੋਏ ਨੇ, ਬਹੁਤ ਸਾਰੇ ਮਾਵਾਂ ਨੇ ਆਪਣੇ ਪੁੱਤ ਗਵਾਏ ਨੇ, ਔਰ ਅੱਜ ਇਹ ਬਹੁਤ ਹੀ ਸ਼ਰਮ ਵਾਲੀ ਤੇ ਬਹੁਤ ਹੀ ਦੁਖੀ ਕਰਨ ਵਾਲੀ ਗੱਲ ਹੈ ਕਿ ਅੰਮ੍ਰਿਤਸਰ ਦੇ ਵਿੱਚ ਕੁੜੀਆਂ ਦੇ ਲਈ ਨਸ਼ਾ ਛਡਾਊ ਕੇਂਦਰ ਖੁੱਲੇ ਨੇ ਪੰਜਾਬ ਦੇ ਵਿੱਚ। ਜੀ, ਤੁਸੀਂ ਇਸ ਮੁੱਦੇ ਦੇ ਉੱਪਰ ਕਿਵੇਂ ਠੱਲ ਪਾਓਗੇ, ਕਿਵੇਂ ਨਸ਼ੇ ਨੂੰ ਰੋਕੋਗੇ ਪੰਜਾਬ ਦੇ ਵਿੱਚ? ਦੇਖੋ, ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਜਦੋਂ ਨੌਕਰੀਆਂ ਮਿਲ ਗਈਆਂ, ਉਹਨੂੰ ਕੰਮ ਮਿਲਣਾ ਸ਼ੁਰੂ ਹੋ ਗਿਆ ਜੀ, ਤਾਂ ਸਭ ਤੋਂ ਪਹਿਲੀ ਠੱਲ ਤਾਂ ਉੱਥੇ ਪਊਗੀ। ਤੁਸੀਂ ਕਿਸੇ ਇਹੋ ਜਿਹੇ ਬੰਦੇ ਨੂੰ ਜਾਣਦੇ ਹੋ ਜਿਹੜਾ ਨੌਕਰੀ ਵੀ ਕਰਦਾ ਹੋਵੇ, ਡਰੱਗ ਵੀ ਲੈਂਦਾ ਹੋਵੇ? ਉਹਦੇ ਕੋਲ ਟਾਈਮ ਹੀ ਨਹੀਂ ਹੁੰਦਾ, ਪਹਿਲਾ। ਦੂਜਾ ਸਟੈਪ, ਜਿਹੜੇ ਅਡਿਕਟਡ ਹੋ ਗਏ, ਜਿਹੜੇ ਮਰੀਜ਼ ਕਹੂੰਗਾ ਮੈਂ ਉਹਨਾਂ ਨੂੰ, ਮਰੀਜ਼ ਨੇ, ਇਹ ਕੀ ਕਰਦੇ? 10 ਗ੍ਰਾਮ 5 ਗ੍ਰਾਮ ਫੜ ਕੇ ਸਿੱਧਾ ਜੇਲ੍ਹ 'ਚ, ਅਸੀਂ ਨਸ਼ੇ ਤਸਕਰ ਫੜ ਲਿਆ। ਤਸਕਰ ਥੋੜੀ ਨੇ, ਉਹ ਤਾਂ ਅਡਿਕਟਡ ਨੇ, ਉਹਨੂੰ ਹਸਪਤਾਲ ਲੈ ਕੇ ਜਾਓ। ਵੱਡੇ ਪੱਧਰ 'ਤੇ ਪਹਿਲਾਂ ਰੀਹੈਬ ਸੈਂਟਰ ਤਿਆਰ ਕੀਤੇ ਜਾਣਗੇ। ਜਦੋਂ ਚੇਨ ਤੋੜਾਂਗੇ ਜੀ, ਉਹ ਇੱਕਦਮ ਤੜਫਣਗੇ ਕਿਉਂਕਿ ਉਹ ਅਡਿਕਟਡ ਨੇ। ਇਹ ਫੇਰ ਨਹੀਂ ਸੋਚਦੇ ਵੀ ਇਹਨਾਂ ਕੀ ਕਰੀਏ, ਹੁਣ ਪਹਿਲਾਂ ਤਿਆਰੀ ਕਰਨੀ ਪਊ। ਉਹਨਾਂ ਨੂੰ ਉੱਥੇ ਲਿਜਾ ਕੇ, ਉਹਨਾਂ ਨੂੰ ਬਿਲਕੁਲ ਸਹੀ ਕਰਕੇ, ਉਹਨਾਂ ਦੀ ਕਾਉਂਸਲਿੰਗ ਕਰਕੇ ਕਿ ਨਹੀਂ ਤੁਸੀਂ ਸਮਾਜ ਦਾ ਹਿੱਸਾ ਹੀ ਹੋ। ਹੁਣ ਉਹਨਾਂ ਨੂੰ ਇਹ ਲੱਗਦਾ ਸ਼ਾਇਦ ਸਮਾਜ ਸਾਨੂੰ ਐਕਸੈਪਟ ਨਹੀਂ ਕਰੂਗਾ, ਰਿਸ਼ਤੇ ਨਹੀਂ ਹੁੰਦੇ ਘਰਾਂ 'ਚ, ਹੈ ਨਾ, ਜਿਨ੍ਹਾਂ ਦੇ। ਉਸ ਤੋਂ ਬਾਅਦ ਉਹਨਾਂ ਨੂੰ ਕੰਮ ਦੇਣਾ ਹੈ ਤਾਂ ਕਿ ਉਹ ਦੁਬਾਰਾ ਉੱਧਰਲੇ ਪਾਸੇ ਨੂੰ ਨਾ ਦੇਖਣ।
ਇਸ ਰੋਡ ਪਲਾਨ ਤਿਆਰ ਹੈ। ਮੇਰੇ ਕੋਲ ਇੱਕ ਕੁੜੀ ਦਾ ਫੋਨ ਆਇਆ ਜੀ, MBBS ਕੀਤੀ ਹੋਈ ਸੀ, ਨਵਾਂ ਸ਼ਹਿਰ ਦੇ ਕਿਸੇ ਪਿੰਡ ਦੀ ਕੁੜੀ ਸੀ। ਉਹ ਕਹਿੰਦੀ ਜੀ ਸਾਡੇ ਪਿੰਡ ਨਸ਼ਾ ਚੱਲਦਾ ਹੈ, ਪਰ ਸਾਡਾ ਕੀ ਕਸੂਰ ਹੈ ਕੁੜੀਆਂ ਦਾ? ਕਿਵੇਂ? ਕਹਿੰਦੀ ਸਾਡੇ, ਮੈਂ MBBS ਕੀਤੀ ਹੋਈ ਹੈ, ਕੁਝ ਹੋਰ ਕੁੜੀਆਂ, ਸਾਡੇ ਵਿਆਹ ਨਹੀਂ ਹੁੰਦੇ, ਸਾਡੇ ਰਿਸ਼ਤੇ ਨਹੀਂ ਹੁੰਦੇ। ਮੈਂ ਕਿਹਾ ਜੀ ਤੁਹਾਡਾ, ਕਹਿੰਦੀ ਅਸੀਂ ਤਾਂ ਨਹੀਂ ਚਿੱਟਾ ਖਾਂਦੀਆਂ ਨਾ। ਮੈਂ ਕਿਹਾ ਵੀ ਤੁਹਾਡੇ ਕਿਉਂ ਨਹੀਂ ਹੁੰਦੇ? ਕਹਿੰਦੇ ਵੀ ਜਿਹੜੇ ਮੁੰਡੇ ਵਾਲੇ ਨੇ ਉਹ ਇਹ ਸੋਚਦੇ ਨੇ ਜੇ ਇਸ ਪਿੰਡ ਆਪਾਂ ਨੇ ਆਪਣਾ ਮੁੰਡਾ ਵਿਆਹ ਤਾ, ਜਦੋਂ ਉਹ ਬਾਅਦ 'ਚ ਆਪਣੇ ਸਹੁਰੇ ਆਊਗਾ, ਉਹਦਾ ਸਾਲਾ ਜਾਂ ਉਹਦੇ ਸਾਲੇ ਦੇ ਦੋਸਤ ਸਾਡੇ ਮੁੰਡੇ ਨੂੰ ਵੀ ਚਿੱਟਾ ਖਾਣ ਲਾ ਦੇਣਗੇ। ਹਾਂ, ਕਮਾਲ ਹੈ, ਮਤਲਬ ਰੋਣ ਵਾਲੀਆਂ ਗੱਲਾਂ ਸਾਹਮਣੇ ਆਉਂਦੀਆਂ। ਮੇਰੇ ਕੋਲ ਕੇਸ ਆਇਆ ਖੰਨੇ ਦਾ, 2 ਸਾਲ ਦਾ ਬੱਚਾ ਡਰੱਗ ਐਡਿਕਟਡ। ਮੈਂ ਹੈਰਾਨ, 2 ਸਾਲ ਦਾ ਬੱਚਾ ਕਿਵੇਂ ਡਰੱਗ ਐਡਿਕਟਡ ਹੋ ਗਿਆ? ਤੇ ਉਹ ਡਾਕਟਰਾਂ ਨੂੰ ਮੈਂ ਗੱਲ ਕੀਤੀ ਉਹਨਾਂ ਨਾਲ। ਬੱਚਾ ਕੀ ਕਰਦਾ ਸੀ, ਮਾਂ ਦਾ ਦੁੱਧ ਪੀਂਦਾ ਸੀ, ਸੌਂ ਜਾਂਦਾ ਸੀ, 10-12 ਘੰਟੇ ਸੌਂ ਕੇ ਫਿਰ ਉੱਠਦਾ ਸੀ, ਫਿਰ ਕ੍ਰੇਵਿੰਗ ਜੀ ਹੁੰਦੀ ਸੀ, ਫਿਰ ਮਾਂ ਦਾ ਦੁੱਧ ਪੀਂਦਾ ਸੀ, ਫਿਰ ਸੌਂ ਜਾਂਦਾ ਸੀ। ਜਦੋਂ ਡਾਕਟਰਾਂ ਨੇ ਉਹਦਾ ਬਲੱਡ ਟੈਸਟ ਕੀਤਾ, ਡਰੱਗ ਦੇ ਵਿੱਚ ਉਹਦੇ ਵਿੱਚ ਡਰੱਗ ਸੀਗੀ, ਸਮੈਕ ਸੀ ਉਹਦੇ ਬਲੱਡ 'ਚ, ਕਾਰਨ ਉਹਦੀ ਮਾਂ ਡਰੱਗ ਲੈਂਦੀ ਸੀ। ਉਹ ਮਾਂ ਦੇ ਦੁੱਧ ਵਿੱਚ ਦੀ ਉਹਨੂੰ ਨਸ਼ਾ ਮਿਲਦਾ ਸੀ। ਮਤਲਬ ਮਾਂ ਦੇ ਦੁੱਧ ਤੋਂ ਪਵਿੱਤਰ ਤਾਂ ਕੋਈ ਚੀਜ਼ ਧਰਤੀ 'ਤੇ ਮੰਨੀ ਨਹੀਂ ਗਈ। ਇਹਨਾਂ ਨੇ ਉਹ ਵੀ ਜ਼ਹਿਰੀਲਾ ਬਣਾਤਾ, ਉਹ ਵੀ ਨਸ਼ੀਲਾ ਬਣਾਤਾ। ਇਹਨਾਂ ਤੇ ਤਾਂ ਜੈਨੋਸਾਈਡ ਦੇ ਕੇਸ ਚੱਲਣੇ ਚਾਹੀਦੇ, ਜੋ ਪੰਜਾਬ ਦਾ ਇਹਨਾਂ ਨੇ ਹਾਲ ਕੀਤਾ ਹੈ। ਸੋ ਸਾਡੇ ਕੋਲ ਸਾਰਾ ਰੋਡ ਮੈਪ ਤਿਆਰ ਹੈ। ਕੇਜਰੀਵਾਲ ਸਾਹਿਬ, ਨਵਜੋਤ ਸਿੰਘ ਸਿੱਧੂ ਦਾ ਮਾਡਲ ਪੰਜਾਬੀ ਪਸੰਦ ਕਰਨਗੇ ਪੰਜਾਬ ਮਾਡਲ ਜਾਂ ਭਗਵੰਤ ਮਾਨ ਦਾ, ਤੁਹਾਡੇ ਖਿਆਲ 'ਚ ਅੰਦਾਜ਼ਾ? देखो जी, वो तो हवा में बातें कर रहे हैं। हाँ। और भगवंत मान जो करेंगे वो ज़मीन पे करेंगे। इनको एक मौका मिलेगा तो 5 साल के अंदर, जैसे मैंने कहा, ये ऐसा पंजाब मॉडल बनाएंगे। आज जब मैं पंजाब में आता हूँ तो मैं कहता हूँ हमने दिल्ली में ऐसा काम कर दिया, हमने दिल्ली में ऐसा काम कर दिया, इसलिए वोट दो। अगली बार जब हम गुजरात में जाके चुनाव लड़ेंगे तो हम कहेंगे हमने पंजाब में ऐसा काम कर दिया, हमने पंजाब में ऐसा काम कर दिया, इसलिए वोट दो। ਮਾਨ ਸਾਹਿਬ, ਅੰਦਾਜ਼ਾ ਕਿੰਨੀਆਂ ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ 'ਚ ਪੈਣ ਦੀ ਆਸ ਆ? ਮੈਂ ਕੋਈ ਇਸ ਤਰ੍ਹਾਂ ਦਾ ਗਿਣਤੀ ਦਾ ਅੰਦਾਜ਼ਾ ਨਹੀਂ ਲਾਉਂਦਾ, ਪਰ ਜੋ ਲੋਕਾਂ ਵੱਲੋਂ ਸਾਨੂੰ ਮਿਲ ਰਿਹਾ ਪਿਆਰ, ਜੋ ਲੋਕਾਂ ਵੱਲੋਂ ਹੁੰਗਾਰਾ ਮਿਲ ਰਿਹਾ ਹੈ, ਜੋ ਰੈਲੀਆਂ ਦੇ ਵਿੱਚ ਆਪ ਮੁਹਾਰੇ ਆ ਰਹੇ ਨੇ। ਦੇਖੋ ਰੈਲੀ ਦੇ ਵਿੱਚ ਸਵਰਨ ਜੀ ਪਾਰਕਿੰਗ ਤੋਂ ਪਤਾ ਲੱਗ ਜਾਂਦਾ ਹੈ। ਜੇ ਤਾਂ ਬੱਸਾਂ ਜ਼ਿਆਦਾ ਨੇ ਫਿਰ ਤਾਂ ਮੈਂ ਆਲੇ ਦੁਆਲੇ ਲਿਆਂਦੇ ਨੇ ਲਾਲਚ ਦੇ ਕੇ। ਜੇ ਉਹਦੇ 'ਚ ਟਰੈਕਟਰ, ਸਾਈਕਲ ਤੇ ਮੋਟਰਸਾਈਕਲ ਨੇ ਜਾਂ ਫਿਰ ਪੈਦਲ ਜਾਂਦੇ ਨੇ, ਫਿਰ ਇਹਦਾ ਮਤਲਬ ਆਰਗੈਨਿਕ ਘੱਟ ਹੈ, ਉੱਥੋਂ ਦਾ ਹੀ ਹੈ। ਜਿੰਨੀਆਂ ਰੈਲੀਆਂ ਜਾਂਦੇ ਲੋਕ ਆਪਣੇ ਆਪ ਆਉਂਦੇ ਨੇ। ਸੋ ਮੈਨੂੰ ਇੰਨਾ ਪਤਾ ਕਿ 2/3 ਤੋਂ ਵੱਧ ਬਹੁਮਤ ਨਾਲ ਆਮ ਆਦਮੀ ਪਾਰਟੀ ਸਰਕਾਰ ਬਣਾਊਗੀ ਤੇ ਝਾੜੂ ਜਿਹੜਾ ਹੈ ਉਹ ਪੰਜਾਬ ਦੀ ਰਾਜਨੀਤਿਕ ਗੰਦਗੀ ਦੀ ਸਫਾਈ ਵੀ ਕਰੂਗਾ, ਤੇ ਜਿਹੜੀ ਹੋਰ ਤਰ੍ਹਾਂ ਦੀ ਗੰਦਗੀ ਫੈਲੀ ਹੋਈ ਹੈ ਪੰਜਾਬ ਦੇ ਵਿੱਚ, ਚਾਹੇ ਕਲਚਰਲ ਦੇ ਵਿੱਚ ਹੈ, ਚਾਹੇ ਹੋਰ ਜਿਹੜੇ ਸਰੋਤਾਂ ਦੇ ਵਿੱਚ ਹੈ, ਸਾਰੀ ਸਾਫ਼ ਕਰਾਂਗੇ। ਔਰ ਦਿਲੋਂ ਤਮੰਨਾ ਹੈ ਕਿ ਅਸੀਂ ਪੰਜਾਬ ਨੂੰ ਪੰਜਾਬ ਬਣਾਈਏ, ਹੈ ਨਾ। ਸੁਰਜੀਤ ਪਾਤਰ ਸਾਹਿਬ ਦਾ ਇੱਕ ਸ਼ੇਰ ਹੈ ਜੀ ਕਿ ਕੀ ਹੋਇਆ ਜੇ ਪਤਝੜ ਆਈ, ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ, ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਕਲਮੇ ਅਸੀਂ ਲੱਭ ਲਾਂਗੇ, ਜ਼ਮੀਨ ਫੁੱਲਾਂ ਜੋਗੀ ਰਵੇ, ਇਸੇ ਧਰਤੀ ਤੇ ਭੰਗੜੇ ਪੈਂਦੇ ਦਿਖਾਵਾਂਗੇ, ਇਸੇ ਧਰਤੀ ਤੇ ਗਿੱਧੇ ਪੈਂਦੇ ਦਿਖਾਵਾਂਗੇ ਤੁਹਾਨੂੰ। ਪਰ ਬਾਈ ਜੀ, ਜਿਹੜੇ ਵਾਅਦੇ ਅਸੀਂ ਕਰ ਰਹੇ ਹਾਂ ਉਹ ਕਿੰਨੀ ਕੁ ਦੇਰ ਦੇ ਵਿੱਚ ਪੂਰੇ ਹੋਣੇ ਸ਼ੁਰੂ ਹੋ ਜਾਣਗੇ? ਆਮ ਤੌਰ ਤੇ 4.5 ਸਾਲ ਬਾਅਦ ਥੋੜਾ ਜਿਹਾ ਸਰਕਾਰਾਂ ਜਾਗਦੀਆਂ भी हाँ यार कोई वादा भी किया था। देखो जी, ये ऐसा नहीं है कि 10 तारीख को सरकार बनेगी और 11 तारीख को सारे पूरे हो जाएंगे। 5 साल का टाइम मांगा है सबसे। 5 साल में पूरे ना हो, अगली बार वोट मत देना जी। ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ, ਸਾਡੇ ਨਾ ਕੁਝ ਕੁ ਸਵਾਲ ਨੇ ਜਿਹੜੇ ਕਿ ਸਾਡੇ ਸੂਝਵਾਨ ਜਿਹੜੇ ਦਰਸ਼ਕ ਨੇ, ਜਿਹੜੀ ਆਡੀਅנס ਆ, ਉਹਨਾਂ ਨੇ ਵੀ ਤੁਹਾਨੂੰ ਕਰਨੇ ਆ। ਤੇ ਸਾਡੀ ਬੇਨਤੀ ਹੈ ਸਾਡੇ ਜਿਹੜੇ ਇੱਥੇ ਸਾਥੀ ਨੇ ਪ੍ਰਾਈਮ ਏਸ਼ੀਆ ਟੀਵੀ ਦੇ, ਕਿ ਜਿਹੜੇ ਵੀ ਭੈਣਾਂ ਵੀਰਾਂ ਨੇ ਸਵਾਲ ਕਰਨਾ ਉਹ ਕਰ ਦੇਣ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਪਣੇ ਬਾਰੇ ਦੱਸ ਦਿਓ ਜੀ, ਕਿੱਥੋਂ ਆ, ਤੁਹਾਡਾ ਸ਼ੁਭ ਨਾਂ ਕੀ ਹੈ ਜੀ? ਮੈਂ ਕਸ਼ਮੀਰ ਕੌਰ ਜੀ, ਮੋਹਾਲੀ ਤੋਂ ਹੀ। ਤੇ ਮੇਰਾ ਸਵਾਲ ਇਹ ਹੈ ਕਿ ਜਿਹੜੀ ਆਪਣੀ ਪੰਜਾਬ ਹੈ ਇਸ ਟਾਈਮ, ਉਹਦੇ 'ਚ ਜਿਹੜੀਆਂ ਔਰਤਾਂ ਨੇ ਉਹ ਬਿਲਕੁਲ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ, ਕਿਉਂਕਿ ਪੰਜਾਬ ਦੇ ਵਿੱਚ ਇਸ ਸਮੇਂ ਪਹਿਲਾਂ ਦੇ ਕੰਪੈਰੀਟਿਵਲੀ ਬਹੁਤ ਜ਼ਿਆਦਾ ਰੇਪ ਕੇਸ ਵੱਧ ਗਏ, ਛੋਟੀਆਂ ਬੱਚੀਆਂ ਨਾਲ, ਜਵਾਨ ਬੁੜੀਆਂ, ਕਿਸੇ ਨੂੰ ਵੀ ਜਦੋਂ ਵੀ ਦੇਖੋ ਨਿਊਜ਼ਪੇਪਰ ਇਹਨਾਂ ਖਬਰਾਂ ਨਾਲ ਭਰੇ ਹੁੰਦੇ ਆ। ਤੇ ਮੈਂ ਵੀ ਇੱਕ ਬੇਟੀ ਦੀ ਮਾਂ ਹੋਣ ਦੇ ਨਾਤੇ, ਮੇਰੀ ਬੇਟੀ 18 ਸਾਲ ਦੀ ਹੈ, ਜਦੋਂ ਵੀ ਘਰੋਂ ਬਾਹਰ ਜਾਂਦੀ ਹੈ ਮੈਨੂੰ ਬਹੁਤ ਚਿੰਤਾ ਹੁੰਦੀ ਹੈ ਕਿ ਮੇਰੀ ਬੱਚੀ ਨਾਲ ਕਿਤੇ ਕੁਛ ਅਣਹੋਣੀ ਘਟਨਾ ਨਾ ਹੋ ਜੇ। ਤੇ ਤੁਸੀਂ ਪੰਜਾਬ ਦੀਆਂ ਔਰਤਾਂ ਲਈ ਕੀ ਸੁਰੱਖਿਆ ਦਾ ਪ੍ਰਬੰਧ ਕਰੋਗੇ? ਜੀ ਬਹੁਤ ਤੁਸੀਂ ਜੈਨੂਅਨ ਕੁਐਸਚਨ ਕੀਤਾ ਜੀ। ਇਹਦਾ ਕਾਰਨ ਇਹ ਹੈ ਕਿ ਨਸ਼ੇ ਵੱਧ ਗਏ ਔਰ ਜਿਹੜਾ ਬੇਰੁਜ਼ਗਾਰੀ ਹੈ, ਵਿਹਲਾ ਮਨ ਸ਼ੈਤਾਨੀ ਦਾ ਘਰ, ਔਰ ਸਰਕਾਰਾਂ ਕਮਜ਼ੋਰ ਨੇ। ਤੁਸੀਂ ਦੇਖੋ ਵੀ ਮਤਲਬ ਬੰਬ ਬਲਾਸਟ ਹੋਇਆ ਜਾਂ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਦਰਬਾਰ ਸਾਹਿਬ,
ਜੇ ਕਿਤੇ 2015 ਵਾਲੀ ਬਰਗਾੜੀ ਵਾਲੀ ਬੇਅਦਬੀ ਦਾ ਮਿਸਾਲੀ ਸਜ਼ਾ ਦੇ ਦਿੰਦੇ ਨਾ, ਮਾਸਟਰਮਾਈਂਡਾਂ ਨੂੰ ਫੜ ਕੇ ਅੰਦਰ ਕਰ ਦਿੰਦੇ, ਕਿਸੇ ਦੀ ਹਿੰਮਤ ਨਹੀਂ ਪੈਣੀ ਸੀ ਦਰਬਾਰ ਸਾਹਿਬ ਦਾ ਜੰਗਲਾ ਟੱਪਣ ਦੀ। ਬਿਲਕੁਲ ਇਸੇ ਤਰ੍ਹਾਂ ਜੇ ਕੋਈ ਰੇਪ ਦੇ ਕੇਸ ਵਾਲਾ ਉਹਨੂੰ ਮਿਸਾਲੀ ਸਜ਼ਾ ਦੇ ਦਿਓ, ਜਿਵੇਂ ਪੰਜਾਬੀ 'ਚ ਕਹਿੰਦੇ ਆ ਕਾਂ ਮਾਰ ਕੇ ਟੰਗ ਦਿਓ, ਤਾਂ ਕਿਸੇ ਦੀ ਹਿੰਮਤ ਨਹੀਂ ਪੈਣੀ ਦੁਬਾਰਾ ਕਿਸੇ ਧੀ ਭੈਣ ਵੱਲ ਮੈਲੀ ਅੱਖ ਨਾਲ ਦੇਖਣ ਦੀ। ਉਹਦੇ ਵਾਸਤੇ ਮਜ਼ਬੂਤ ਸਰਕਾਰ ਚਾਹੀਦੀ ਹੈ ਅਤੇ ਪੁਲਿਸ ਜਿਹੜੀ ਹੈ ਉਹ ਰਾਜਨੀਤੀ ਤੋਂ ਮਤਲਬ ਡੀਲਿੰਕ ਚਾਹੀਦੀ ਹੈ। ਹੁਣ ਰੇਪ ਵਾਲਾ ਸਮਗਲਰ ਉਹਨੂੰ ਫੜ ਕੇ ਲੈ ਕੇ ਜਾਂਦੇ ਆ, ਲੋਕ ਛੱਡ ਕੇ ਆਉਂਦੇ ਆ ਥਾਣੇ, ਲੋਕ ਬਾਅਦ 'ਚ ਪਹੁੰਚਦੇ ਪਿੰਡ, ਉਹ ਪਹਿਲਾਂ ਪਹੁੰਚ ਜਾਂਦਾ ਘਰੇ, ਕਿਉਂਕਿ ਉਹਦੇ ਆਕਾ, ਉਹਦੇ ਜਿਹੜੇ ਲੀਡਰ ਦੋਸਤ ਉਹ ਛੱਡ ਦਿਓ ਆਪਣਾ ਹੀ ਬੰਦਾ ਹੈ। ਕਿੰਨੇ ਹੀ ਬੰਦੇ ਫੜੇ ਗਏ ਨੇ, ਕੌਣ ਹੈ ਜੀ, ਇਹ ਫਲਾਣੇ ਦਾ ਖਾਸ ਹੈ, ਇਹ ਫਲਾਣੇ ਦਾ ਖਾਸ ਹੈ। ਉਹ ਜਿਹੜੇ ਖਾਸਮ ਖਾਸ ਨੇ ਨਾ, ਉਹਨਾਂ ਦੇ ਹੌਸਲੇ ਵੱਧ ਜਾਂਦੇ ਆ ਫਿਰ ਜਦੋਂ ਸਜ਼ਾ ਨਾ ਮਿਲੇ। जी एक और भी बात है जी सर, आज एक पंजाब में एसएचओ की पोस्टिंग के कितने पैसे लगते हैं, एसपी की पोस्टिंग के कितने पैसे लगते हैं, करोड़ों चाहिए सर। एसएसपी की पोस्टिंग के कितने पैसे लगते हैं। अब जो पैसे दे के आएगा, करोड़ों रुपए लगते हैं, मेरे को बताया, जो पैसे दे के आएगा वो तो फिर अगर कोई बलात्कार करेगा तो उससे पैसे लेके उसको छोड़ेगा ही छोड़ेगा नहीं। बहन जी, ये बंद करेंगे। ईमानदार पुलिस, पंजाब की पुलिस गलत नहीं है, उनके ऊपर बैठे हुए नेता गलत हैं। आप पंजाब पुलिस को सारी पावर दे दो, उसमें दखल अंदाजी मत करो पॉलिटिकल जी। आप ईमानदार पुलिस अफसर जो है उसको पूरी ताकत दे दो। मैं बता रहा हूँ वो नशा भी ख़त्म कर देंगे और रेप भी ख़त्म कर देंगे पंजाब से। बिल्कुल, हमारी सरकार की नीयत साफ होगी, हमारी सरकार ईमानदार सरकार होगी। सबसे बड़ी बात ये है जी, वो पैसे लेके पुलिस की पोस्टिंग नहीं करेगी, वो ईमानदार पुलिस अफसरों को मौका देगी पंजाब को साफ करने का। जी जी वाह। हाँ जी, अगला सवाल तो सत्कारयोग बजुर्ग ਜਿਹੜੇ ਪੁੱਛਣਾ ਚਾਹੁੰਦੇ ਆ। ਸਰ ਮੈਂ ਗੁਰਮੇਜ ਸਿੰਘ ਕਾਲੋਂ ਮੁਹਾਲੀ ਤੋਂ ਹੀ ਹਾਂ ਔਰ ਮੈਂ ਇੱਕ ਸੀਨੀਅਰ ਸਿਟੀਜ਼ਨ ਹਾਂ। ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਪੜ੍ਹੇ ਲਿਖੇ ਨੌਜਵਾਨ ਬੱਚੇ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਵੀ ਨਸ਼ਿਆਂ ਦੇ ਵਿੱਚ ਮਰਦੇ ਵੇਖੇ ਔਰ ਕਨਵੈਂਟ ਸਕੂਲਾਂ ਦੇ ਬੱਚੇ ਇੰਗਲਿਸ਼ ਵਿੱਚ ਬੋਲ ਕੇ ਸ਼ਹਿਰਾਂ ਦੇ ਵਿੱਚ ਭੀਖ ਮੰਗਦੇ ਵੇਖੇ ਨਸ਼ਿਆਂ ਦੇ ਵਾਸਤੇ ਔਰ ਪਿੰਡਾਂ ਦੇ ਵਿੱਚ ਆਪਣੇ ਘਰਦਿਆਂ ਦੇ ਭਾਂਡੇ ਵੇਚ ਕੇ ਜਾਂ ਹੋਰ ਕਈ ਚੀਜ਼ਾਂ ਵੇਚ ਕੇ ਨਸ਼ੇ ਪੂਰੇ ਕਰਨ ਵਾਸਤੇ ਮੈਂ ਉਹ ਵੇਖੇ। ਹੁਣ ਪੇਰੈਂਟਸ ਨੇ ਸਰ ਬੜਾ ਨੱਕ ਰਗੜ ਕੇ ਬੱਚੇ ਲਏ ਹੁੰਦੇ ਨੇ, ਉਹਨਾਂ ਆਪਣੀਆਂ ਅੱਖਾਂ ਦੇ ਸਾਹਮਣੇ ਹੀ ਉਹਨਾਂ ਨੂੰ ਨਸ਼ਿਆਂ ਦੇ ਸਮੁੰਦਰ ਵਿੱਚ ਡੁੱਬਦੇ ਮਰਦੇ ਵੀ ਵੇਖਿਆ। ਕਈਆਂ ਪੇਰੈਂਟਸ ਨੇ ਤੇ ਆਪ ਆਪਣੀ ਹੱਥੀਂ ਵੀ ਉਹਨਾਂ ਨੂੰ ਜਗਾਉਣ ਵਾਸਤੇ, ਤੋਰਨ ਵਾਸਤੇ ਨਸ਼ੇ ਦੇਣੇ ਤੇ ਫਿਰ ਉਹਨਾਂ ਨੇ ਤੁਰਨਾ। ਸਰ ਮੇਰੀ ਇੱਕ ਰਿਕੁਐਸਟ ਇਹੋ ਹੀ ਆ ਵੀ ਮੈਂ ਇਹ ਜਾਣਨਾ ਚਾਹੁੰਦਾ ਵੀ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੇ ਕੀ ਕੋਈ ਰੋਡ ਮੈਪ ਹੈ ਜਿਹਦੇ ਨਾਲ ਇਹਨਾਂ ਵਾਸਤੇ ਵੀ ਕੋਈ ਚੰਗੇ ਦਿਨ ਪੇਰੈਂਟਸ ਵਾਸਤੇ ਆ ਜਾਣਗੇ ਜਿਨ੍ਹਾਂ ਨੇ ਅੱਖੇ ਆਪਣੇ ਸਾਹਮਣੇ ਆਪਣੇ ਲਾਲਾਂ ਨੂੰ ਮਰਦੇ ਵੇਖ। ਜੀ ਦੇਖੋ ਸਰਦਾਰ ਸਾਹਿਬ ਬਹੁਤ ਵਧੀਆ, ਤੁਸੀਂ ਇਮੋਸ਼ਨਲ ਤੇ ਪੰਜਾਬ ਨਾਲ ਸੰਬੰਧਿਤ ਗੰਭੀਰ ਵਿਸ਼ੇ ਤੇ ਤੁਸੀਂ ਸਵਾਲ ਕੀਤਾ ਹੈ। ਦੇਖੋ ਸਿਆਣੇ ਕਹਿੰਦੇ ਆ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਭਾਰ ਜਿਹੜਾ ਹੈ, ਦੁਨੀਆ 'ਚ ਸਭ ਤੋਂ ਵੱਡਾ ਬੋਝ ਮੰਨਿਆ ਗਿਆ ਹੈ ਬਾਪ ਦੇ ਮੋਢੇ ਤੇ ਪੁੱਤ ਦੀ ਅਰਥੀ। ਅੱਜ ਵੀ ਪਤਾ ਨਹੀਂ ਕਿੰਨੇ ਪੰਜਾਬ ਦੇ ਬਦਨਸੀਬ ਬਾਪ ਇਹ ਭਾਰ ਢੋ ਕੇ ਆਏ ਹੋਣਗੇ। ਸਰਕਾਰਾਂ ਨੂੰ ਕੁਝ ਪਤਾ ਹੀ ਨਹੀਂ। ਅਸੀਂ ਗਏ ਟੈਣਾ ਸਾਹਿਬ ਕੈਪਟਨ ਸਾਹਿਬ ਕੋਲੇ ਜੀ, ਵਿਰੋਧੀ ਧਿਰ ਦੇ ਤੌਰ ਤੇ ਵਫਦ ਲੈ ਕੇ ਕਿ ਜਨਾਬ ਇਹ ਨਸ਼ਿਆਂ ਦੇ ਵਿੱਚ ਮੁੰਡੇ ਮਰੀ ਜਾਂਦੇ, ਅੱਧਾ ਟੀਕਾ ਲੱਗਿਆ ਹੁੰਦਾ ਨਾੜ 'ਚ, ਅੱਧਾ ਵਿੱਚ ਹੀ ਹੁੰਦਾ ਤੇ ਲਾਸ਼ਾਂ ਦੀਆਂ ਲਾਸ਼ਾਂ ਪਈਆਂ ਨੇ, ਕਰੋ ਸਰ ਕੁਝ। ਉਹ ਮੈਨੂੰ ਕਹਿੰਦੇ ਮਾਨ ਸਾਹਿਬ ਇਹ ਕੀ ਵਰਤਦੇ ਨੇ? ਮੈਂ ਕਿਹਾ ਸਰ ਤੁਸੀਂ ਜਿਹੜਾ ਟੀਕਾ ਲੱਗਿਆ ਹੋਇਆ ਅੱਧੀ ਦਵਾਈ ਪਈ ਹੈ, ਤੁਸੀਂ ਉਹਨੂੰ ਕੱਢੋ ਲੈਬੋਰਟਰੀ 'ਚ ਲੈ ਜਾਓ ਤੇ ਪਤਾ ਲੱਗ ਜਾਊਗਾ ਕਿਹੜੀ ਡਰੱਗ ਹੈ। ਹਾਥੀਆਂ ਨੂੰ ਬੇਹੋਸ਼ ਕਰਨ ਵਾਲੇ ਟੀਕੇ ਲਾ ਰਹੇ ਬੱਚੇ, ਹਾਥੀਆਂ ਨੂੰ। ਸੋ ਇਸ ਕਰਕੇ ਮਾਂ ਬਾਪ, ਮੈਂ ਬਿਲਕੁਲ ਤੁਹਾਡੀ ਗੱਲ ਸਹੀ ਮੰਨਦਾ, ਜਦੋਂ ਬੱਚਾ 5 ਵਜੇ ਤੋਂ ਬਾਅਦ ਕਿਤੇ ਬਾਹਰ ਜਾਂਦਾ ਹੈ ਮੋਟਰਸਾਈਕਲ ਲੈ ਕੇ, ਨਾਲ ਸਕੂਟਰ ਲੈ ਕੇ ਪਿੱਛੇ ਬਾਪੂ ਵੀ ਜਾਂਦਾ ਹੈ ਕਿ ਕਿਤੇ ਗਲਤ ਸੰਗਤ 'ਚ ਨਾ ਪੈ ਜੇ। ਸੋ ਇਸ ਕਰਕੇ ਇਸ ਚਿੱਟੇ ਨੇ ਪਤਾ ਨਹੀਂ ਕਿੰਨੀਆਂ ਧੀਆਂ ਭੈਣਾਂ ਦੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ, ਕਿੰਨੇ ਚਿੱਟੇ ਸੱਥਰ ਵਿਛਾਤੇ। ਅਸੀਂ ਆਵਾਂਗੇ, ਪਾਰਟੀ ਆਊਗੀ ਸਾਡੀ, ਅਸੀਂ ਪੰਜਾਬ ਦੇ ਵਿੱਚ ਇਹ ਜਿਹੜਾ ਲੱਗਿਆ ਹੋਇਆ ਕਲੰਕ ਹੈ ਉਤਾਰਾਂਗੇ। ਪੰਜਾਬ ਨੂੰ ਫਿਰ ਦੁਬਾਰਾ
ਦੁੱਧ ਘਿਓ ਵਾਲਾ ਪੰਜਾਬ ਨੂੰ ਫਿਰ ਦੁਬਾਰਾ ਛਿੰਝਾਂ ਕਬੱਡੀਆਂ ਵਾਲਾ ਪੰਜਾਬ ਬਣਾਵਾਂਗੇ। ਇਹ ਸਾਡੀ ਨੰਬਰ 1 ਪ੍ਰਾਇੋਰਟੀ ਹੈ ਤੇ ਨੀਅਤ ਸਾਫ਼ ਹੈ ਜੀ। ਹਾਂਜੀ ਵੀਰ ਜੀ। ਕੇਜਰੀਵਾਲ ਸਾਹਿਬ ਸਤਿ ਸ਼੍ਰੀ ਅਕਾਲ, ਮਾਨ ਸਾਹਿਬ ਸਤਿ ਸ਼੍ਰੀ ਅਕਾਲ। ਮਾਨ ਸਾਹਿਬ, ਮੇਰੀ ਤੁਹਾਨੂੰ ਇੱਕ ਰੇਤ ਮਾਫੀਆ ਬਾਰੇ ਗੱਲ ਹੈ। ਜਿਵੇਂ ਤੁਹਾਨੂੰ ਪਤਾ ਹੀ ਹੈ, ਆਪਣੇ ਏਰੀਏ 'ਚ ਹਲਕਾ ਮੇਰੇ ਡੇਰਾਬੱਸੀ ਹੈ, ਉਰੇ ਬਹੁਤ ਰੇਤ ਮਾਫੀਆ ਦਾ ਬਹੁਤ ਤੁਹਾਨੂੰ ਪਤਾ ਹੀ ਹੈ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਦਿਨ ਰਾਤ। ਕਿ ਤੁਹਾਡੀ ਸਰਕਾਰ ਆਉਣ ਤੋਂ ਬਾਅਦ ਤੁਸੀਂ ਇਹਨੂੰ ਕਿਵੇਂ ਰੋਕੋਗੇ, ਜਾਂ ਫਿਰ ਤੁਹਾਡੇ ਵੀ 5 ਸਾਲਾਂ ਬਾਅਦ ਤੁਹਾਡੇ ਘਰੋਂ ਵੀ ਈਡੀ ਰੇਡ ਮਾਰੇ 10-10 ਕਰੋੜ ਰੁਪਇਆ ਤੁਹਾਡੇ ਘਰੋਂ ਮਿਲਣਗੇ ਜਿਵੇਂ ਹੁਣ ਇਹਨਾਂ ਤੋਂ ਮਿਲਦੇ ਆ? ਨਹੀਂ ਦੇਖੋ, ਗੱਲ ਇਹ ਹੈ ਜੇ 2 ਵਾਰ ਕੋਈ MLA ਰਹਿ ਲੇ ਨਾ ਤਾਂ ਉਹਦੇ ਕਈ ਪੀੜ੍ਹੀਆਂ ਨੂੰ ਕੰਮ ਨਹੀਂ ਕਰਨਾ ਪੈਂਦਾ। ਤੇ ਮੈਂ 2 ਵਾਰ MP ਹਾਂ, ਕਿਰਾਏ ਦੇ ਮਕਾਨ 'ਤੇ ਰਹਿਣਾ। ਜਿੰਨੀ MP ਦੀ ਤਨਖਾਹ ਹੈ ਉਹ 'ਤੇ ਕਰਦੇ ਹਾਂ, ਜੋ ਖਰਚੇ ਵੱਧ ਜਾਣ ਯਾਰਾਂ ਦੋਸਤਾਂ ਤੋਂ। ਸੋ ਜਿਤਨੇ ਮਰਜ਼ੀ ਇਕੱਠੇ ਕਰ ਲਓ, ਆ ਜਿਹੜੇ ਲੋਕਾਂ ਦਾ ਖੂਨ ਪੀ ਕੇ ਆ ਰੇਤ ਮਾਫੀਏ 'ਚੋਂ ਚਿੱਟੇ 'ਚੋਂ ਪੈਸੇ ਕਮਾਉਂਦੇ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਜਿਤਨੇ ਮਰਜ਼ੀ ਇਕੱਠੇ ਕਰ ਲਓ, ਪੈਸੇ हीरे मोती, मगर ख्याल इतना रहे कफन पे जेब नहीं होती। जिहड़ा आखिरी कपड़ा मिलता ना उत्ते कोई सिउण नहीं वजी हुंदी। सो असी की है, असी सच्ची नीयत नाल आए हाँ। मेरे वर्गे कमले नूं किसी ने कहा, कहंदा जिन्ना समा तू इधर लाया अपने काम कार ते ला लैंदा, हुण तक तू मेरे मित्रा पैसे बहुत कमा लैंदा, पैसे नाल पोजीशन बनदी, कोई कारोबार चला लैंदा, धनियां दी सूची विच तू भी अपना नाम लिखवा लैंदा। तां जवाब आया, कहना गल तो तेरी ठीक है मित्रा, मैं पैसे बहुत कमा लैंदा, धनियां दी सूची विच मैं भी अपना नाम लिखवा लैंदा, पर रुखां नाल छावां मिटदियां, ये समा सब नूं ढा लैंदा। किन्ने धनी हो तुर गए, कौन किसी का नाम लैंदा, कौन लिखदा फिर सच्ची गुरबाणी, जे नानक हट्टी पा लैंदा। जे गुरु नानक साहब दुकान खोल के बह जांदे, फिर दुनिया नूं सच दा होका कौन दिंदा जी? फिर किरत करो, नाम जपो, वंड छको दा होका। सो सारे इक्को जिहे नहीं हुंदे। असीं ਉਹ ਜਿਹੜਾ ਪੈਸਾ ਲੀਕ ਹੋ ਰਿਹਾ ਲੀਡਰਾਂ ਦੇ ਘਰਾਂ ਜਾ ਰਿਹਾ, ਚਾਹੇ ਉਹ ਨਜਾਇਜ਼ ਫੈਕਟਰੀਆਂ ਚੱਲ ਰਹੀਆਂ ਨੇ, ਜੋ ਅਸੀਂ ਉਹਨੂੰ ਲੀਗਲਾਈਜ਼ ਕਰਕੇ ਅਸੀਂ ਖਜ਼ਾਨਾ ਭਰਾਂਗੇ, ਖਜ਼ਾਨੇ 'ਚੋਂ ਤੁਹਾਡੇ ਕੋਲੇ ਆਊਗਾ ਪੈਸਾ ਜੀ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਚੰਗਾ ਲੱਗਿਆ ਤੁਹਾਡੇ ਵਿਚਾਰ ਜਾਣ ਕੇ, ਤੇ ਅਸੀਂ ਚਾਹੁੰਦੇ ਹਾਂ ਕਿ ਵਾਕਈ ਇਹ ਨੰਗਲਾ ਪੰਜਾਬ ਰੰਗਲਾ ਪੰਜਾਬ ਬਣ ਜਾਏ। ਜੀ ਜੀ जी। पिंड दे अंदर आप दोबारा बोल दो, माइक में आ जाएगा। मेरा नाम शलभजीत सिंह है जी, पिंड हैबतपुर, डिस्ट्रिक्ट मोहाली, तहसील डेराबस्सी। मेरे परिवार 'च 2 मौतां कैंसर नाल हो गई हैं। मेरे मदर हुण भी कैंसर नाल उन्हां दा PGI 'च ट्रीटमेंट चल रहा है। मैं 2-2.5 साल हो गए ते पिंड 'च 25-30 मौतां भी हो गई। ते साडा एरिया जिहड़ा डेराबस्सी, इत्थे नौकरी दी कमी नहीं, ਕੰਮਾਂ ਕਾਜਾਂ ਦੀ ਕਮੀ ਨਹੀਂ। ਕੋਈ ਚੰਡੀਗੜ੍ਹ ਪੰਚਕੂਲਾ ਮੋਹਾਲੀ ਲੱਗਦਾ, ਇੱਥੇ ਆਪਾਂ ਕਹਿ ਨਹੀਂ ਸਕਦੇ ਵੀ ਕੰਮ ਨਹੀਂ ਆ, ਪਰ ਉੱਥੇ ਇੰਡਸਟਰੀਆਂ ਹੈਗੀ ਹੈ, ਨੈਕਟਰ ਫੈਕਟਰੀ ਹੈਗੀ ਹੈ। ਸਾਡੇ ਪਿੰਡ ਦੀ 100 ਕਿੱਲਾ ਪੰਚਾਇਤ ਨੇ ਜ਼ਮੀਨ ਨੈਕਟਰ ਨੂੰ ਦਈ ਹੈ 10 ਲੱਖ 'ਚ। ਆਪਾਂ ਕਈ ਵਾਰ ਕਿਹਾ ਵੀ ਇਹਨੂੰ ਛਡਾਓ, ਕਿਉਂ ਗੰਦਾ ਪਾਣੀ ਛੋੜਦੇ ਆ, ਬੋਰਵੈਲ ਕਰਕੇ ਨੀਚੇ ਤੱਕ 300 ਫੁੱਟ ਤੱਕ ਪਾਣੀ ਛੱਡਿਆ ਹੋਇਆ ਉਹਨਾਂ ਨੇ। ਸਾਡੇ ਜਿਹੜੇ ਟੀਵਲ ਆ, ਜਦੋਂ ਆਪਾਂ ਮੋਟਰਾਂ ਕੱਢਦੇ ਆ ਨਾ, ਮੋਟਰ ਟੀਵਲ ਦੀ ਖਰਾਬ ਹੁੰਦੀ ਆ, ਉੱਥੇ ਕਾਈ ਤੇ ਕਾਲੀ ਕਾਈ ਤੇ ਕੀਚ ਹੁੰਦਾ, ਜਿੱਦਾਂ ਉਹ ਜਮਿਆ ਹੋਇਆ ਬਾਹਰ ਆਉਂਦਾ ਹੈ, ਉਹੀ ਪਾਣੀ ਆਪਾਂ ਪੀ ਰਹੇ ਹਾਂ। ਤਾਂ ਇਹਦੇ ਬਾਰੇ ਤੁਸੀਂ ਕਿੱਦਾਂ ਹੱਲ ਕਰੋਗੇ ਕਿ ਇਹ ਤੁਸੀਂ ਫੈਕਟਰੀ ਵੀ ਨਹੀਂ ਚੱਕ ਸਕਦੇ ਉੱਥੋਂ, ਕਿਉਂਕਿ ਉਹ ਰੋਜ਼ਗਾਰ ਦਿੰਦੀ ਹੈ, 3-4 ਹਜ਼ਾਰ ਬੰਦੇ ਨੂੰ ਰੋਜ਼ਗਾਰ ਦਿੰਦੀ ਹੈ, ਤਾਂ ਇਹਨਾਂ ਨੂੰ ਕਿੱਦਾਂ ਠੱਲ ਪਾਉਂਗੇ? ਇਹਦਾ ਕੋਈ ਪੱਕਾ ਇਲਾਜ ਦੱਸੋ। ਮੈਂ ਸੰਗਰੂਰ ਮੇਰੇ ਬਹੁਤ ਸਾਰੀਆਂ ਫੈਕਟਰੀਆਂ ਨੇ, ਉੱਥੇ ਵੀ ਇਹੀ ਦਿੱਕਤ ਹੈ ਕਿ ਥੱਲੇ ਡੰਪ ਕਰਦੇ ਨੇ ਉਹਨਾਂ ਨੇ ਅੰਦਰ ਗੁਪਤ ਜਿਹੇ ਬੋਰ ਬਣਾ ਰੱਖੇ ਨੇ। ਦੇਖੋ ਜੋ ਰੂਲ ਕਹਿੰਦਾ ਉਹ 'ਚ ਇਹ ਹੈ ਕਿ ਤੁਸੀਂ ਇੱਦਾਂ ਪਾਣੀ ਡੰਪ ਨਹੀਂ ਕਰ ਸਕਦੇ, ਠੀਕ ਹੈ ਨਾ। ਤੁਹਾਨੂੰ ਉਸ ਪਾਣੀ ਨੂੰ ਪਹਿਲਾਂ ਉਹਨੂੰ ਕਲੀਅਰ ਕਰਨਾ ਪਊਗਾ, ਫਿਰ ਤੁਸੀਂ ਕਿਤੇ ਛੱਡ ਸਕਦੇ ਹੋ। ਆਪਣੇ ਇੱਥੇ ਕੀ ਕੀਤਾ, 600 ਫੁੱਟ ਦੇ ਬੋਰ ਬਣਾ ਕੇ ਉਹਨਾਂ ਨੇ ਉਹ ਕਰਤੇ। ਜਿਸ ਦਿਨ ਪੋਲੂਸ਼ਨ ਬੋਰਡ ਵਾਲੇ ਰੇਡ ਮਾਰਨ ਜਾਂਦੇ ਨੇ, ਉਹ 2 ਦਿਨ ਪਹਿਲਾਂ ਮੀਡੀਆ 'ਚ ਦੇ ਦਿੰਦੇ ਨੇ ਕਿ ਪਰਸੋਂ ਉਹਨਾਂ ਦੇ ਰੇਡ ਮਾਰਾਂਗੇ। ਸਰ ਜੇ ਤੁਹਾਨੂੰ ਪਤਾ ਹੋਵੇ ਕਿ ਪਰਸੋਂ ਤੁਹਾਡੇ ਘਰੇ ਰੇਡ ਪਊ, ਤੁਸੀਂ ਕੋਈ ਗਲਤ ਚੀਜ਼ ਰੱਖੋਗੇ ਆਪਦੇ ਘਰੇ? ਉਹ ਉਹਨੇ ਚਿਰ 'ਚ ਢੱਕ ਦਿੰਦੇ ਨੇ ਜੀ, ਉਹ ਰਲੇ ਹੋਏ ਨੇ ਜੀ। ਫਿਰ ਉਹੀ ਗੱਲ, ਫਿਰ ਆ ਗਈ ਕਰਪਸ਼ਨ। ਸੋ ਰੂਲ ਮੁਤਾਬਕ ਉਹ ਨਹੀਂ ਕਰ ਸਕਦੇ। ਫੈਕਟਰੀਆਂ ਨੂੰ ਅਸੀਂ ਬੰਦ ਨਹੀਂ ਕਰਾਂਗੇ, ਪਰ ਉਹਨਾਂ ਨੂੰ ਕੋਈ ਹੋਰ ਤਰ੍ਹਾਂ ਦੀ ਸਬਸਿਡੀ ਜਾਂ ਉਹਨਾਂ ਨੂੰ ਜਿਹੜੇ ਟਰੀਟਮੈਂਟ ਪਲਾਂਟ ਲਾਉਣ ਵਾਸਤੇ ਅਸੀਂ ਉਹਨਾਂ ਨੂੰ ਦੇ ਦਾਂਗੇ, ਪਰ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਵਾਸਤੇ
ਅਸੀਂ ਉਹਨਾਂ ਨੂੰ ਅਲਾਉ ਨਹੀਂ ਕਰਾਂਗੇ। ਮੈਂ ਤੁਹਾਨੂੰ ਆਪ ਦੱਸ ਦਿੰਦਾ, ਪਹਿਲਾਂ ਵੀ ਮੈਂ ਬੋਲਿਆ ਕਿ ਮੈਂ ਪਾਰਲੀਮੈਂਟ 'ਚ ਕਿਹਾ ਸੀ ਕਿ ਪਹਿਲਾਂ ਸਾਨੂੰ ਅੰਗਰੇਜ਼ ਕਾਲੇ ਪਾਣੀ ਦੀ ਸਜ਼ਾ ਦਿੰਦੇ ਹੁੰਦੇ ਸੀ, ਉਧਰ ਅੰਡੇਮਾਨ ਨਿਕੋਬਾਰ ਵਾਲੀ ਜੇਲ੍ਹ ਨੂੰ ਕਾਲੇ ਪਾਣੀ, ਹੁਣ ਸਾਨੂੰ ਸਾਡੇ ਆਪਦੇ ਹੀ ਕਾਲੇ ਪਾਣੀ ਦੀ ਸਜ਼ਾ ਦੇ ਰਹੇ ਨੇ। ਉਧਰ ਤੁਸੀਂ ਤਾਂ ਗਏ ਸੀਗੇ, ਉਹ ਜਿਹੜਾ ਫਾਜ਼ਿਲਕਾ ਦਾ ਏਰੀਆ ਹੈ, ਤੇਜਾ ਰਹੇਲਾ, ਦੋਨਾ ਨਾਨਕਾ, ਝੰਗੜ ਭੈਣੀ, ਤੁਸੀਂ ਹੈਰਾਨ ਹੋ ਜਾਓਗੇ ਜੀ। ਪਾਣੀ ਆਉਂਦਾ ਕਾਲੇ ਰੰਗ ਦਾ, ਹਰ ਘਰ 'ਚ ਵੀਲ ਚੇਅਰ ਹੈ, ਹਰ ਘਰ ਦੇ ਵਿੱਚ ਜੇ ਬੱਚਾ ਪੈਦਾ ਹੋਣਾ ਖਿਡੌਣਿਆਂ ਦੀ ਚਿੰਤਾ ਨਹੀਂ, ਵੀਲ ਚੇਅਰ ਦੀ ਚਿੰਤਾ ਹੈ। 4-4 5-5 ਸਾਲ ਦੇ ਬੱਚਿਆਂ ਦੇ ਵਾਲ ਚਿੱਟੇ ਹੋ ਗਏ, ਦੰਦ ਨਿਕਲ ਜਾਂਦੇ ਨੇ। ਸੋ ਹਲਕਾ ਕਿਹਦਾ ਹੈ? ਸੁਖਬੀਰ ਬਾਦਲ ਦਾ, ਉੱਥੋਂ MLA ਰਿਹਾ ਜਦੋਂ ਡਿਪਟੀ CM ਸੀ। ਮਤਲਬ ਕਮਾਲ ਹੈ ਕਿ ਤੁਸੀਂ ਆਪਦੇ ਹਲਕੇ ਦੇ ਲੋਕਾਂ ਨੂੰ ਐਡੀਆਂ ਤਾਕਤਾਂ ਦੇ ਬਾਵਜੂਦ ਵੀ ਇੱਕ ਨਲਕਾ ਸਾਰੇ ਪਿੰਡ ਨੂੰ ਠੀਕ ਕਰ ਦਿੰਦਾ। ਅਸੀਂ ਲਵਾਇਆ, ਮੈਨੂੰ NGO ਨੇ ਭੇਜਿਆ ਕਿਸੇ ਨੇ, ਅਸੀਂ ਇੱਕ ਨਲਕਾ ਲਵਾਤਾ, ਸਾਰਾ ਪਿੰਡ ਠੀਕ ਹੋ ਗਿਆ। ਨੀਅਤ ਸਾਫ਼ ਹੋਊਗੀ ਬਾਈ, ਪਾਣੀ ਵੀ ਠੀਕ ਹੋਊਗਾ, ਪੰਜਾਬ ਵੀ ਠੀਕ ਹੋਊਗਾ, ਤੇ ਆ ਕੈਂਸਰ ਟ੍ਰੇਨਾਂ ਵੀ ਆਪਾਂ ਬੰਦ ਕਰਾਂਗੇ। ਬਿਲਕੁਲ ਠੀਕ ਬਹੁਤ ਖੂਬ। ਸੋ ਬਹੁਤ ਚੰਗਾ ਲੱਗਿਆ ਤੁਹਾਡੇ ਵਿਚਾਰ ਜਾਣ ਕੇ ਜੀ, ਪਰ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ। ਤੇ ਪੰਜਾਬ ਦੇ ਲੋਕਾਂ ਨੇ ਤੈਅ ਕਰਨਾ ਕਿ ਕਿਹੜੇ ਪਾਸੇ ਜਾਣਾ ਤੇ ਕਿਹਨੂੰ ਚੁਣਨਾ ਤੇ ਕਿਹਨੂੰ ਨਹੀਂ। ਜੀ ਅਸੀਂ ਚਾਹੁੰਦੇ ਹਾਂ ਕਿ ਚੰਗਾ ਹੀ ਹੋਵੇ, ਪੰਜਾਬ ਵਾਕਈ ਰੰਗਲਾ ਬਣੇ। ਸੋ ਬਾਕੀ ਫਿਲਹਾਲ ਪ੍ਰੋਗਰਾਮ ਅਸੀਂ ਸਮੇਟਦੇ ਹਾਂ ਜੀ। ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੱਕ ਪਹੁੰਚਾਇਓ। ਚਾਰਾਂ ਨੂੰ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।